ਹਰੇਕ ਬੰਦਾ ਕਹਿੰਦਾ ਸੀ ਵੀ ਗੋਲਡੀ ਨੇ ਯਾਰ ਕੰਮ ਤਾਂ ਬਹੁਤ ਕਰਵਾਏ ਨੇ, ਚੰਗਾ ਮੁੰਡਾ ਤੇ ਬਟ ਇਸ ਵਾਰ ਬਦਲਾ ਦੇਖਣਾ। ਸੋ ਉਹ ਲੋਕਾਂ ਨੇ ਦੇਖ ਲਿਆ ਜੀ। ਇੱਕ ਆਮ ਆਦਮੀ ਦਾ ਵਰਕਰ ਨਿਰਾਸ਼ ਆ, ਚਾਹੇ ਤੁਸੀਂ ਪਤਾ ਕਰ ਲਿਓ, ਬਿਲਕੁਲ ਕੈਮਰੇ ਤੇ ਗੱਲ ਕਰ ਰਿਹਾ ਹੈ, ਪੁੱਛ ਕੇ ਦੇਖ ਲਿਓ। ਨਾ ਮੈਨੂੰ ਮੇਰੇ ਮਾਪਿਆਂ ਨੇ ਸਿਖਾਇਆ, ਜਿੰਨੇ ਯੂਨੀਵਰਸਿਟੀ ਤੋਂ ਮੈਂ ਚੱਲਿਆ ਹੋਇਆ ਕਾਲਜ ਤੋਂ, ਕੋਈ ਬੰਦਾ ਮੈਨੂੰ ਮਾੜਾ ਕਹੇ ਜੇ ਬਈ ਹੇਠਾਂ ਬਹਿ ਜਾਊਗਾ। ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ, ਉਹਨਾਂ ਦੀ ਜਿਹੜੀ ਆਖਰੀ ਗੱਲਬਾਤ ਹੈ ਉਹ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਨਾਲ ਹੋਈ, ਜਾਂ ਫਿਰ ਇਸ ਵਾਰ ਕਹਿ ਰਹੇ ਨੇ ਕਿ ਉਸ ਚੀਜ਼ ਦਾ ਕਿ ਜਿਹੜਾ ਯੂਥ ਹੈ ਉਹ ਸਿਮਰਜੀਤ ਸਿੰਘ ਮਾਨ ਵੱਲ ਵੀ ਜਾ ਸਕਦਾ, ਕਿਉਂਕਿ ਮੂਸੇਵਾਲਾ ਉਹ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰਨ ਦੀ ਗੱਲ ਕਰ ਰਹੇ ਸੀ ਐਮਪੀ ਦੀਆਂ ਇਲੈਕਸ਼ਨਾਂ 'ਚ। ਪਰ ਉਹਨਾਂ ਨੇ 2 ਵੀਡੀਓਜ਼ ਦੇਖੀਆਂ ਮੈਂ ਉਹਨਾਂ ਦੀਆਂ, ਇੱਕ ਤਾਂ ਜਿਸ ਦਿਨ ਉਸ ਦਿਨ ਡੈਥ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਵੀ ਇਹੀ ਕਿਹਾ ਵੀ ਮੈਨੂੰ ਫਾਇਦਾ ਹੋਣਾ ਸੀ, ਜਾਂ ਇਹ ਗਲਤ ਗੱਲ ਆ ਯਾਰ। ਮੇਰਾ ਦੋਸਤ ਸੀਗਾ, ਮੈਂ ਨਹੀਂ ਉਹਦੇ ਨਾਮ ਤੇ ਵੋਟ ਮੰਗਦਾ, ਬਿਲਕੁਲ ਨਹੀਂ। ਇਹ ਕੈਮਰੇ ਅੱਗੇ ਅੱਜ ਮੰਨਣਗੇ ਕਿ ਮਰਦੇ ਦਮ ਤੱਕ ਕਾਂਗਰਸ ਦੇ ਨਾਲ ਹੀ ਰਹਿਣਗੇ? ਹਾਂ, ਮੈਨੂੰ ਇੰਨੀ ਛੋਟੀ ਉਮਰ 'ਚ 2017 'ਚ ਵਿਧਾਨ ਸਭਾ ਦੀ ਇਲੈਕਸ਼ਨ ਲੜਾਤੀ, ਮੇਰੇ ਅਗੇਂਸਟ ਐਡੇ ਵੱਡੇ ਲੀਡਰ ਸੀਗੇ ਜੀ ਜਿਹੜੇ ਟਿਕਟ ਮੰਗ ਰਹੇ ਸੀਗੇ। ਫਿਰ ਮੈਨੂੰ ਮੁੱਖ ਮੰਤਰੀ ਦੇ ਸਾਹਮਣੇ ਲੜਾਇਆ ਜੀ ਰੀਸੈਂਟਲੀ ਚੋਣਾਂ। ਹੁਣ ਮੈਨੂੰ ਘਰੇ ਬੈਠੇ ਨੂੰ ਲੋਕ ਸਭਾ ਲੜਾ ਰਹੇ ਨੇ ਜੀ, ਤੇ ਪਾਰਟੀ ਇਸ ਤੋਂ ਵੱਧ ਕੀ ਕਰ ਦੂਗੀ? ਜੇ ਇੰਨੀ ਉਹਨਾਂ ਨੂੰ ਬੀਜੇਪੀ ਨੂੰ ਸਾਡਾ ਪੰਜਾਬ ਪਿਆਰਾ ਸੀ ਤਾਂ ਸਾਡੇ ਤਕਰੀਬਨ 1000 ਦੇ ਨੇੜੇ ਕਿਸਾਨਾਂ ਨੇ ਸ਼ਹਾਦਤ ਦਿੱਤੀ ਆ, ਸਭ ਤੋਂ ਵੱਡਾ ਐਜੀਟੇਸ਼ਨ ਸੀਗਾ। ਅੱਜ ਤੱਕ ਉਹਦੇ ਤੇ ਤਾਂ ਕੁਝ ਕਰਿਆ ਨਹੀਂ, ਹੁਣ ਤਾਂ ਉਹ ਲੁਭਾਉਣਗੇ ਜੀ, ਬਹੁਤ ਸਾਰੀਆਂ ਚੀਜ਼ਾਂ ਕਹਿਣਗੇ। ਇਹ ਤਾਂ ਰਿਜ਼ਲਟ ਆਏ ਤੋਂ ਹੀ ਪਤਾ ਲੱਗੂਗਾ ਵੀ ਕੌਣ ਕਿੰਨੇ ਕੁ ਉਹਦੇ 'ਚ ਆ। ਬਟ ਮੈਨੂੰ ਐਂ ਲੱਗਦਾ ਕਿ ਮੈਂ ਲੋਕਾਂ ਦੀ ਆਵਾਜ਼ ਸਹੀ ਤਰੀਕੇ ਨਾਲ ਲੋਕ ਸਭਾ 'ਚ ਚੱਕ ਸਕਦਾ। ਯਾਰ ਅਸੀਂ ਇੰਨੇ ਮਾੜੇ ਆ, ਲੋਕਾਂ ਨੇ ਇੰਨੀਆਂ ਵੋਟਾਂ ਪਾ ਕੇ ਜਿਤਾਇਆ। ਸੋ ਮੈਂ ਤਾਂ ਅੱਜ ਵੀ ਹਾਰਿਆ ਹੋਇਆ ਵੀ ਹਾਂ, ਤਾਂ ਵੀ ਉਹਨਾਂ ਦੇ ਵਿੱਚ ਹੀ ਬੈਠਾ, ਜਿੱਤਿਆ ਹੋਇਆ ਤਾਂ ਵੀ। ਮੈਂ ਤਾਂ ਲੋਕ ਸਭਾ ਦੀ ਇਲੈਕਸ਼ਨ ਕੋਈ ਕੈਂਡੀਡੇਟ ਦੇਖਿਆ ਜਿਹੜਾ ਡੋਰ ਟੂ ਡੋਰ ਕਰਦਾ ਹੋਊਗਾ ਜੀ? ਮੈਂ ਕੱਲ ਸੁਨਾਮ ਸੀਗਾ ਜੀ। ਕੀ ਸਮਝਦੇ ਹੋ ਕਿ ਕਿੰਨਾ ਕੁ ਜਿਹੜਾ ਕਾਂਗਰਸ ਨੂੰ ਜਾਂ ਤੁਹਾਨੂੰ ਇਸ ਚੀਜ਼ ਦਾ ਨੁਕਸਾਨ ਹੋਊਗਾ ਜਿਸ ਤਰੀਕੇ ਦੇ ਨਾਲ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੈ, ਨਵਜੋਤ ਸਿੰਘ ਸਿੱਧੂ ਜਿਹੜਾ ਇੱਕ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਨੇ, ਸਾਧੂ ਸਿੰਘ ਧਰਮਸੋਤ ਤੇ ਕਰਪਸ਼ਨ ਦਾ ਐਲੀਗੇਸ਼ਨ ਲੱਗ ਗਿਆ, ਜਾਂ ਫਿਰ ਸੁਨੀਲ ਜਾਖੜ, ਹੋਰ ਜਿਹੜੇ ਤੁਹਾਡੇ ਦਿੱਗਜ ਨੇਤਾ ਨੇ ਉਹ ਬੀਜੇਪੀ ਦੇ ਵਿੱਚ ਚਲੇ ਗਏ? ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ੈਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਸੰਗਰੂਰ ਜਿਮਨੀ ਚੋਣ ਦੇ ਲਈ ਸਾਰੀਆਂ ਪਾਰਟੀਆਂ ਆਪਣਾ ਜ਼ੋਰ ਲਗਾ ਰਹੀਆਂ ਨੇ ਤੇ ਇੱਕ ਉਮੀਦਵਾਰ ਇਹ ਨਾਅਰੇ ਨਾਲ ਆਪਣਾ ਪ੍ਰਚਾਰ ਕਰ ਰਿਹਾ ਕਿ ਇੱਕ ਮੌਕਾ ਪੰਜਾਬ ਨੂੰ ਪਿਆ ਭਾਰੀ, ਇਸ ਵਾਰ ਤੁਹਾਡੇ ਆਪਣੇ ਗੋਲਡੀ ਨੂੰ ਦਿਓ ਜ਼ਿੰਮੇਵਾਰੀ। ਇਸ ਵਕਤ ਮੇਰੇ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ਮੌਜੂਦ ਨੇ, ਯੂਥ ਆਗੂ ਨੇ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਹੜਾ ਇਹ ਨਾਅਰਾ ਹੈ ਇਹ ਕਿਹਦਾ ਹੈ? ਇਹ ਸਾਡੀ ਪਾਰਟੀ ਦਾ ਜੀ, ਮੇਰੇ ਵੱਲੋਂ ਸਾਡੇ ਕਰਿਆ ਗਿਆ ਤਿਆਰ, ਕਿਉਂਕਿ ਜਿਹੜਾ ਮੌਕਾ ਅਸੀਂ ਮੰਗਿਆ ਸੀਗਾ, ਜਿਹੜੇ ਲੋਕਾਂ ਤੋਂ ਸਰਕਾਰ ਨੇ ਮੰਗਿਆ ਸੀਗਾ, ਸੋ ਭਾਰੀ ਪੈਣ ਦਾ ਦਿਖ ਰਿਹਾ। ਹਰ ਰੋਜ਼ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ, ਜਿਹੜੇ ਪ੍ਰੋਮਿਸਿਸ, ਮਹਿਲਾਵਾਂ ਨੂੰ 1000 ਰੁਪਈਆ, ਬਿਜਲੀ ਫਰੀ, ਨੌਜਵਾਨਾਂ ਨੂੰ ਰੋਜ਼ਗਾਰ, MLA ਮਿਲਦੇ ਨਹੀਂ ਜੀ, ਸਿੱਧਾ ਉੱਪਰੋਂ ਇੱਕ ਦਿੱਲੀ ਹਾਈ ਕਮਾਂਡ ਤੋਂ ਸਿਸਟਮ ਚੱਲਦਾ। ਪੰਜਾਬ ਦੇ ਲੀਡਰ ਵਿਚਾਰੇ ਬਹੁਤ, ਮੇਰੇ ਇਹਨਾਂ ਦੇ ਬੰਦਿਆਂ ਨਾਲ ਗੱਲਾਂ ਹੁੰਦੀਆਂ ਨੇ, ਬਹੁਤ ਤੰਗ ਨੇ ਬਈ ਇਸ ਚੀਜ਼ ਤੋਂ। ਖੈਰ, ਲੋਕਾਂ ਨੇ ਕੁਝ ਹੋਰ ਸੋਚਿਆ ਸੀ ਪਰ ਹੋ ਕੁਝ ਹੋਰ ਗਿਆ। ਅੱਜ ਇੱਕ ਅਸੀਂ ਜਿਹੜਾ ਉਹ ਵੀ ਰਿਲੀਜ਼ ਕਰਨਾ ਹੈ, ਜਿਹੜਾ ਅਸੀਂ ਕੱਲ੍ਹ ਸਰਵੇ ਕੀਤਾ ਸੀਗਾ ਧੂਰੀ ਦਾ, ਉਹਦੇ ਵਿੱਚ ਗੋਲਡੀ ਦਾ ਆਪਣਾ ਇਲਾਕਾ ਤੇ ਗੋਲਡੀ ਉਹਦੇ ਵਿੱਚ ਪੋਜ਼ਿਟਿਵ ਜਾ ਰਹੇ ਨੇ, ਪਲੱਸ ਜਾ ਰਹੇ ਨੇ। ਬਿਲਕੁਲ ਜੀ। ਤੁਸੀਂ ਸੋਸ਼ਲ ਮੀਡੀਆ ਪੁਰਾਣੇ ਟਾਈਮ 'ਚ ਮੇਰੀਆਂ ਇਲੈਕਸ਼ਨਾਂ ਟਾਈਮ ਦੇਖਿਆ ਹੋਣਾ, ਹਰੇਕ ਬੰਦਾ ਕਹਿੰਦਾ ਸੀ ਵੀ ਗੋਲਡੀ ਨੇ ਯਾਰ ਕੰਮ ਤਾਂ ਬਹੁਤ ਕਰਵਾਏ ਨੇ, ਚੰਗਾ ਮੁੰਡਾ ਤੇ ਬਟ ਇਸ ਵਾਰ ਬਦਲਾ ਦੇਖਣਾ। ਸੋ ਉਹ ਲੋਕਾਂ ਨੇ ਦੇਖ ਲਿਆ ਜੀ। ਸੋ ਪਰਮਾਤਮਾ ਨੇ, ਮੇਰੀ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਤੇ ਉਹੀ ਜਿਹੜੀ ਸੀਟ ਨੂੰ ਛੱਡ ਕੇ ਭਗਵੰਤ ਮਾਨ ਧੂਰੀ ਤੋਂ ਇਲੈਕਸ਼ਨ ਲੜੇ, ਧੂਰੀ ਤੋਂ MLA ਬਣ ਗਏ ਤੇ ਮੈਨੂੰ ਮੇਰੀ ਪਾਰਟੀ ਨੇ ਮੌਕਾ ਦਿੱਤਾ। ਤੇ ਹੁਣ ਮੈਂ, ਜੇ ਲੋਕਾਂ ਦਾ ਆਸ਼ੀਰਵਾਦ ਰਿਹਾ ਤਾਂ ਉਹ ਸੀਟ ਸਾਂਭ ਕੇ ਜਿਹੜੀ ਸੰਗਰੂਰ ਦੀਆਂ ਸਮੱਸਿਆਵਾਂ ਨੇ, ਸੰਗਰੂਰ ਦੀ ਆਵਾਜ਼ ਆ, ਉਹਨੂੰ ਲੋਕ ਸਭਾ ਦੀਆਂ ਪੌੜੀਆਂ ਚੜ੍ਹਾਉਣਾ। ਤੇ ਜਦੋਂ ਮੇਰਾ ਦਾਇਰਾ ਸੀਮਿਤ ਸੀ ਉਦੋਂ ਮੈਂ ਡਿਵੈਲਪਮੈਂਟ ਦੇ ਕੰਮ ਕਰਵਾਏ। ਹੁਣ ਜਦੋਂ ਮੈਂ ਦਿੱਲੀ ਪਹੁੰਚੂੰਗਾ ਤਾਂ ਮੈਨੂੰ ਲੱਗਦਾ ਮੈਂ ਬਹੁਤ ਸਾਰੇ ਅਜਿਹੇ ਕੰਮ ਕਰ ਸਕਦਾ, ਰੋਜ਼ਗਾਰ ਨੂੰ ਲੈ ਕੇ, ਐਜੂਕੇਸ਼ਨ ਨੂੰ ਲੈ ਕੇ, ਹੈਲਥ ਨੂੰ ਲੈ ਕੇ, ਸਪੋਰਟਸ ਨੂੰ ਲੈ ਕੇ। ਸੋ ਬੜਾ ਵੱਡਾ ਦਾਇਰਾ ਹੋ ਜਾਊਗਾ। ਮੈਨੂੰ ਪੂਰਨ ਉਮੀਦ ਆ ਆਪਣੇ ਲੋਕਾਂ ਤੇ, ਆਪਣੇ ਏਰੀਏ ਤੇ, ਕਿ ਉਹ ਮੇਰੇ ਪੁਰਾਣੇ ਕੀਤੇ ਹੋਏ ਕੰਮਾਂ ਦਾ, ਜਿਹੜੇ ਮੇਰੇ ਬਰਾਬਰ ਦੇ ਕੈਂਡੀਡੇਟ ਨੇ, ਸਾਰਿਆਂ ਨਾਲ ਕੰਪੈਰੀਜ਼ਨ ਕਰਨਗੇ, ਦੇਖਣਗੇ ਵੀ ਕਿਹੜਾ ਬੰਦਾ ਸਹੀ ਪੋਜ਼ਿਟਿਵ ਜਿਹੜੀ ਪੋਲਿਟਿਕਸ ਕਰਦਾ। ਤੇ ਮੈਨੂੰ ਪੂਰਨ ਵਿਸ਼ਵਾਸ ਆ। ਪੰਜਾਬ ਨੂੰ ਇੱਕ ਮੌਕਾ ਕਿਵੇਂ ਭਾਰੀ ਪਿਆ? ਇੱਕ ਵੀ ਕੋਈ ਚੀਜ਼ ਜਿਹੜੀ ਇਹਨਾਂ ਨੇ ਕਰੀ ਹੋਵੇ, ਇੱਕ ਸਿੰਗਲ ਚੀਜ਼,
ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ 8 ਸਾਲ ਇਹ ਲੋਕ ਸਭਾ ਸੰਗਰੂਰ ਦੀ ਨੁਮਾਇੰਦਗੀ ਕਰਦੇ ਰਹੇ ਨੇ। ਲੋਕ ਸਭਾ ਦੇ ਵਿੱਚ ਕੋਈ ਇੱਕ ਵੀ ਅਜਿਹਾ ਕੋਈ, ਚਲੋ ਉਦੋਂ ਤਾਂ ਹਵਾ ਸੀਗੀ, ਉਦੋਂ ਗੱਲ ਕੁਝ ਹੋਰ ਸੀ, ਮੈਨੂੰ ਇੱਕ ਵੀ ਚੀਜ਼ ਦੱਸ ਦੇਣ ਜਿਹੜੀ ਉਹ 8 ਸਾਲਾਂ 'ਚ ਕੋਈ ਇਹੋ ਜਿਹਾ ਪ੍ਰੋਜੈਕਟ ਲੈ ਕੇ ਆਏ ਹੋਣ। ਸ਼ਾਇਦ ਤੁਹਾਨੂੰ ਯਾਦ ਹੋਊਗਾ ਵਿਧਾਨ ਸਭਾ ਦੀਆਂ ਚੋਣਾਂ 'ਚ ਉਹ ਇੱਕ ਮੁੱਦੇ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਬੋਲ ਕੇ ਆਏ ਸੀਗੇ ਚਲਦੀਆਂ ਵਿਧਾਨ ਸਭਾ ਦੇ ਵਿੱਚ ਕਿ ਗੰਨੇ ਦੀ ਪੇਮੈਂਟ ਜਿਹੜੀ ਅਸੀਂ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਆਉਂਦੇ ਸਾਰ ਕਰਵਾਵਾਂਗੇ, ਤੇ ਉੱਤੋਂ ਮੰਗ ਕਰਕੇ ਆਏ ਸੀ। ਅੱਜ ਉਹੀ ਸਾਡੇ ਕਿਸਾਨ ਭਰਾਵਾਂ ਨੂੰ 3 ਮਹੀਨੇ ਹੋ ਗਏ ਜਿਹੜਾ ਧੂਰੀ ਇਹਨਾਂ ਦਾ ਦਫ਼ਤਰ ਆ ਉਹਦੇ ਬਾਹਰ ਬੈਠਿਆਂ ਨੂੰ ਅੱਜ ਤੱਕ ਮਿਲੇ ਨਹੀਂ ਉਹਨਾਂ ਨੂੰ। ਮੈਨੂੰ ਲੱਗਦਾ ਕਿ ਸਿਰਫ ਲੁਭਾ ਕੇ ਵੋਟਾਂ ਲੈਣਾ ਤੇ ਉਸ ਤੋਂ ਬਾਅਦ ਪਰਾਂ ਹੋ ਜਾਣਾ। ਅੱਜ 3 ਮਹੀਨੇ ਹੋ ਗਏ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਧੂਰੀ ਵਾਲਿਆਂ ਲਈ ਇੰਨਾ ਕੁ ਪਿਆਰ ਵੀ ਨਹੀਂ ਵੀ ਉਹ ਇੱਕ ਵਾਰ ਆਪਦੇ ਟਵਿੱਟਰ ਹੈਂਡਲ ਤੇ ਫੇਸਬੁੱਕ ਤੇ ਇੰਨਾ ਕੁ ਲਿਖ ਦੇਣ ਵੀ ਧੂਰੀ ਵਾਲਿਆਂ ਦਾ ਧੰਨਵਾਦ ਕਿ ਯਾਰ ਅਸੀਂ ਇੰਨੇ ਮਾੜੇ ਆ, ਲੋਕਾਂ ਨੇ ਇੰਨੀਆਂ ਵੋਟਾਂ ਪਾ ਕੇ ਜਿਤਾਇਆ। ਸੋ ਮੈਂ ਤਾਂ ਅੱਜ ਵੀ ਹਾਰਿਆ ਹੋਇਆ ਵੀ ਹਾਂ ਤਾਂ ਵੀ ਉਹਨਾਂ ਦੇ ਵਿੱਚ ਹੀ ਬੈਠਾ, ਜਿੱਤਿਆ ਹੋਇਆ ਤਾਂ ਵੀ। ਮੈਂ ਤਾਂ ਲੋਕ ਸਭਾ ਦੀ ਇਲੈਕਸ਼ਨ ਕੋਈ ਕੈਂਡੀਡੇਟ ਦੇਖਿਆ ਜਿਹੜਾ ਡੋਰ ਟੂ ਡੋਰ ਕਰਦਾ ਹੋਊਗਾ ਜੀ? ਮੈਂ ਕੱਲ ਸੁਨਾਮ ਸੀਗਾ ਜੀ, ਮੈਂ ਤੇ ਬਈ ਰਾਜਾ, ਉਸ ਤੋਂ ਪਹਿਲਾਂ ਲਹਿਰੇ ਸੀਗੇ ਜੀ, ਕੱਲ ਸਿਮਰ ਭਦੌੜ ਸੀਗੀ ਜੀ, ਤੇ ਸ਼ਾਮ ਨੂੰ ਧੂਰੀ ਸੀਗੀ ਜੀ, ਅੱਜ ਸ਼ੇਰਪੁਰ 'ਚ ਆ ਜੀ। ਸੋ ਮੇਰਾ ਜਿਹੜਾ ਲੋਕਾਂ ਨੂੰ ਮਿਲਣਾ, ਮੈਂ ਤਾਂ ਇੰਨਾ ਝੂਠਿਆ ਹੋਇਆ ਜੀ, ਇੱਥੇ ਹੀ ਜੰਮਿਆ ਇੱਥੇ ਹੀ ਮਰਨਾ। ਲੋਕ ਜਿਤਾਉਣ ਨਾ ਜਿਤਾਉਣ ਉਹ ਇਹਨਾਂ ਦੀ ਮਰਜ਼ੀ ਆ। ਮੈਂ ਤਾਂ ਸਾਰੀ ਉਮਰ ਲੜਦਾ ਰਹਿਣਾ ਜੀ, ਯੂਨੀਵਰਸਿਟੀ ਤੋਂ ਲੜਦਾ ਆ, ਕਾਲਜ ਤੋਂ ਲੜਦਾ ਆ, ਸੰਘਰਸ਼ ਹੀ ਕਰੇ ਨੇ। ਮੇਰਾ ਅੱਜ ਤੱਕ ਕੋਈ ਵੀ ਮੈਨੂੰ ਅਹੁਦਾ ਜਿਹੜਾ ਉਹ ਮੈਂ ਨੋਮੀਨੇਟ ਨਹੀਂ ਹੋਇਆ ਕਦੇ ਵੀ। ਮੇਰੀ ਪਾਰਟੀ ਨੇ ਮੇਰੇ ਤੇ ਬਲੀਵ ਕਰਿਆ ਤੇ ਮੈਨੂੰ ਇਲੈਕਸ਼ਨਾਂ ਲੜਾਈਆਂ ਨੇ। ਸੋ ਇਸ ਵਾਰ ਨੌਜਵਾਨਾਂ ਨੂੰ ਬੜਾ ਇੱਕ ਹਿੰਮਤ ਤੇ ਉਤਸ਼ਾਹ ਮਿਲਿਆ। 39 ਸਾਲ ਦੀ ਉਮਰ ਦੇ ਵਿੱਚ ਮੈਨੂੰ ਇੱਕ ਵੱਡੀ ਪੰਚਾਇਤ ਜਿਹੜੀ ਹਿੰਦੁਸਤਾਨ ਦੀ ਆ ਉਹਦੀ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਤੇ ਲੋਕਾਂ 'ਚ ਚੰਗਾ ਉਤਸ਼ਾਹ। ਤੇ ਜਿਹੜੇ ਮੇਰੇ ਪੁਰਾਣੇ ਕੀਤੇ ਹੋਏ ਕੰਮ ਨੇ, ਜਿਹੜਾ ਹੁਣ ਟੋਲ ਪਲਾਜ਼ਾ ਸੀਗਾ ਜਿਹਦੇ ਪਿੱਛੇ ਮੈਂ ਲੜਿਆ ਸੀਗਾ, ਉਹ ਸਾਰੇ ਸਾਡੇ ਏਰੀਏ ਨੂੰ ਫਾਇਦਾ ਸੀਗਾ। ਅੱਜ ਉਹਦੇ 'ਚ ਨਾਲੇ ਕੋਈ ਪੋਲੀਟੀਕਲ ਹੀ ਨਹੀਂ, ਉਹਨੂੰ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਲੀਡਰ ਨੇ ਕਿਸੇ ਨੇ ਕਰਾਤਾ, ਉਹਦੇ 'ਤੇ ਕਿਹੜਾ ਕੋਈ ਸਰਕਾਰੀ ਗ੍ਰਾਂਟ ਯੂਜ਼ ਹੋਈ ਆ। ਜੇ ਮੈਂ ਪੈਦਲ ਕਿਸਾਨਾਂ ਦੇ ਧਰਨੇ 'ਚ ਮੌਜੂਦ ਹੋਇਆ ਤਾਂ ਉਹ ਵੀ ਨਾਨ ਪੋਲੀਟੀਕਲ ਕੰਮ ਸੀਗਾ। ਜੇ ਮੈਂ ਬੱਚਿਆਂ ਨੂੰ ਟ੍ਰਿਪ ਲੈ ਕੇ ਗਿਆ ਸਰਕਾਰੀ ਸਕੂਲਾਂ ਦੇ ਨੂੰ, ਉਹਨਾਂ ਨੂੰ ਫਿਲਮਾਂ ਦਿਖਾਈਆਂ ਨੇ, ਤਾਂ ਉਹ ਵੀ ਨਾਨ ਪੋਲੀਟੀਕਲ ਕੰਮ ਸੀ। ਉਹਨਾਂ ਨੇ ਮੈਨੂੰ ਵੋਟਾਂ ਤਾਂ ਨਹੀਂ ਸੀ ਪਾਉਣੀਆਂ। ਹੁਣ ਟੋਲ ਪਲਾਜ਼ੇ ਵਾਲਾ ਰਾਤ ਅੱਜ ਵੀ ਲੋਕਾਂ ਲਈ ਖੁੱਲ੍ਹਾ, ਠੀਕ ਹੈ ਨਾ। ਇਹਨਾਂ ਦੇ ਸਮਰਥਕ ਮੈਨੂੰ ਕਹਿੰਦੇ ਹੁੰਦੇ ਸੀ ਵੀ ਗੋਲਡੀ ਨੇ ਟੋਲ ਪਲਾਜ਼ਾ ਚੁਕਾਇਆ ਨਹੀਂ, ਮੈਂ ਸੜਕ ਬਣਾ ਦਿੱਤੀ ਸੀ ਨਾਲ ਦੀ। ਹੁਣ ਇਹ ਮੁੱਖ ਮੰਤਰੀ ਨੇ ਯਾਰ, ਇਹ ਤਾਂ ਚਾਹੇ ਸਾਰੇ ਪੰਜਾਬ ਦੇ ਟੋਲ ਚੁਕਾ ਦੇਣ, ਹੁਣ ਇਹ ਚੁੱਪ ਕਿਉਂ ਬੈਠੇ ਨੇ? ਐਕਚੁਅਲੀ ਕੀ ਹੋਇਆ ਵੀ ਉਮੀਦਾਂ ਵੱਧ ਸੀਗੀਆਂ, ਨਿਕਲਿਆ ਕੁਝ ਵੀ ਨਹੀਂ। ਸੋ ਅੱਜ ਜਿਹੜਾ ਇਹ ਸਾਡਾ ਸਲੋਗਨ ਆ ਉਹ ਇਹੀ ਚੀਜ਼ ਨੂੰ ਆ ਵੀ ਆਪਦੇ ਗੋਲਡੀ ਨੂੰ ਜ਼ਿੰਮੇਵਾਰੀ ਦਿਓ ਜਿਹੜਾ ਤੁਹਾਡੇ ਵਿੱਚ ਰਹਿੰਦਾ। ਜਿਸ ਤਰ੍ਹਾਂ ਮੈਂ ਕਿਹਾ ਕਿ ਧੂਰੀ ਦੇ ਵਿੱਚ ਆਪ ਚੱਲ ਰਹੇ ਹੋ, ਪਰ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਕੇਵਲ ਢਿੱਲੋਂ ਹੋਰਾਂ ਨੂੰ ਜਿਹੜੀ ਵੋਟ ਪਊਗੀ ਉਹ ਲਹਿਰੇ ਤੋਂ ਪੈ ਜੂਗੀ, ਕਿਉਂਕਿ ਪਰਮਿੰਦਰ ਢੀਂਡਸੇ ਦਾ ਉੱਥੇ ਵਧੀਆ ਹੋਲਡ ਹੈ, ਉੱਥੋਂ ਦੀ ਵੋਟ ਪੈ ਜੂਗੀ, ਸੁਨਾਮ ਤੋਂ ਪੈ ਜੂਗੀ, ਬਰਨਾਲੇ ਉਹਨਾਂ ਦਾ ਆਪਣਾ ਇਲਾਕਾ ਹੈ, ਤਾਂ ਉਹ ਉਧਰੋਂ ਉਹ ਪਲੱਸ ਜਾਣਗੇ। ਇਸ ਵਾਰ ਜਿਹੜਾ ਮੁਕਾਬਲਾ ਆਮ ਆਦਮੀ ਦੇ ਨਾਲ ਇਕੱਲੇ ਦੇ ਨਾਲ ਨਹੀਂ ਹੈਗਾ। ਸਿਮਰਜੀਤ ਸਿੰਘ ਮਾਨ ਦੀ ਪੋਜੀਸ਼ਨ ਵੀ ਸਟਰੋਂਗ ਦੱਸੀ ਜਾ ਰਹੀ ਹੈ। ਜਿਸ ਤਰੀਕੇ ਦੇ ਨਾਲ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ, ਕਿਹਦੇ ਨਾਲ ਆਪਣਾ ਮੁਕਾਬਲਾ ਮੰਨਦੇ ਹੋ? ਦੇਖੋ, ਸਾਰੇ ਹੀ ਉਮੀਦਵਾਰ ਨੇ ਜਿਹੜੇ, ਉਹ ਸਾਰਿਆਂ ਨਾਲ ਹੀ ਮੁਕਾਬਲਾ ਹੁੰਦਾ ਜੀ। ਕੋਈ ਵੀ ਉਮੀਦਵਾਰ ਇਸ ਤਰੀਕੇ ਨਾਲ ਨਹੀਂ ਹੁੰਦਾ ਕਿ ਕੋਈ ਹਾਰਨ ਵਾਸਤੇ ਲੜਾਈ ਲੜਦਾ ਹੋਵੇ, ਸਾਰੇ ਜਿੱਤਣ ਵਾਸਤੇ ਲੜਦੇ ਨੇ। ਸੋ ਇਹ ਕੱਲ ਮੈਂ ਲਹਿਰਾ ਡੋਰ ਟੂ ਡੋਰ ਕਰਿਆ ਜੀ, ਜਿੰਨਾ ਮੈਨੂੰ ਲੱਗਦਾ ਕਿ ਜਿੰਨਾ ਮੈਨੂੰ ਉੱਥੋਂ ਪਿਆਰ ਮਿਲਿਆ ਹੋਰ ਕਿਸੇ ਨੂੰ ਲੀਡਰ ਨੂੰ ਮਿਲਣਾ ਹੀ ਨਹੀਂ। ਸੁਨਾਮ 'ਚ ਮੈਂ ਡੋਰ ਟੂ ਡੋਰ ਕਰਿਆ ਜੀ, ਜਿੰਨਾ ਮੈਨੂੰ ਉੱਥੇ ਉਤਸ਼ਾਹ ਮਿਲਿਆ ਮੈਨੂੰ ਲੱਗਦਾ ਕਿ ਹੋਰ ਮਿਲਣਾ ਹੀ ਨਹੀਂ। ਇਹ ਤਾਂ ਤੁਸੀਂ ਦੇਖੋ, ਪਿਛਲੀਆਂ ਇਲੈਕਸ਼ਨਾਂ ਤੋਂ ਬਾਅਦ ਇਹ ਤਾਂ ਰਿਜ਼ਲਟ ਆਏ ਤੋਂ ਹੀ ਪਤਾ ਲੱਗੂਗਾ ਵੀ ਕੌਣ ਕਿੰਨੇ ਕੁ ਉਹਦੇ 'ਚ ਆ। ਬਟ ਮੈਨੂੰ ਇਹ ਲੱਗਦਾ ਕਿ ਮੈਂ ਲੋਕਾਂ ਦੀ ਆਵਾਜ਼ ਸਹੀ ਤਰੀਕੇ ਨਾਲ ਲੋਕ ਸਭਾ 'ਚ ਚੱਕ ਸਕਦਾ। ਜਿਹੜੇ ਹਾਲਾਤ ਨੇ ਨਾ, ਹੁਣ ਲੋਕ ਬਹੁਤ ਸੋਚ ਸਮਝ ਕੇ ਪਾਉਣਗੇ। ਜਿਵੇਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਜਿਹੜੀ, ਕੱਲ ਹੁਣ ਡੇਰਾ ਬਸੀ ਇੱਕ ਇਹੋ ਜਿਹੀ ਘਟਨਾ ਹੋਈ ਆ, ਫਿਰ ਬਟਾਲੇ ਹੋਈ ਆ, ਫਿਰ ਇਸ ਤੋਂ ਪਹਿਲਾਂ ਹੈਂਡ ਗ੍ਰਨੇਡ ਵਰਗੀਆਂ ਚੀਜ਼ਾਂ ਚੱਲ ਗਈਆਂ ਜੀ। ਧੂਰੀ 'ਚ ਦੁਪਹਿਰੇ 12 ਵਜੇ ਗੋਲੀ ਚਲਾ ਕੇ ਲੁੱਟ ਕੇ ਲੈ ਗਏ ਲੋਕਾਂ ਨੂੰ। ਸੋ ਇਹ ਜਿਹੜੇ ਸਾਰੀਆਂ ਚੀਜ਼ਾਂ ਨੇ, ਇਹ ਤੁਸੀਂ ਆਪਣੇ ਆਪ ਹੀ ਸੋਚੋ। ਲੋਕਾਂ ਨੂੰ ਹੁਣ ਮੁੱਦਿਆਂ ਤੋਂ ਜ਼ਿਆਦਾ ਆਪਦੀ ਫਿਕਰ ਹੋ ਗਈ, ਆਪਦੀ ਸਿਕਿਉਰਿਟੀ ਦੀ ਫਿਕਰ ਹੋ ਗਈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਈ ਪਾਰਟੀਆਂ ਨਾਲ ਜੁੜਦੀਆਂ ਨੇ ਇਹ ਸਾਰੀਆਂ ਚੀਜ਼ਾਂ। ਸੋ ਬਹੁਤ ਸਾਰੀ ਚੀਜ਼ ਲੋਕ ਇਹ ਸੋਚ ਕੇ ਕਿਸੇ ਪਾਰਟੀ ਨੂੰ ਵੋਟ ਕਰਨਗੇ। ਤੇ ਜ਼ਿਆਦਾਤਰ ਇੱਕਦਮ ਹੀ ਇਹ ਇਲੈਕਸ਼ਨ ਆ ਗਈ, ਇੱਧਰੋਂ ਕੰਮ ਦਾ ਟਾਈਮ ਆ, ਲੋਕਾਂ ਨੂੰ ਹਜੇ ਅਵੇਅਰਨੈਸ ਵੀ ਹੈ ਨਹੀਂ ਵੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਹੋ ਰਹੀ ਆ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਤੇ ਇਹ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਆ, ਲੋਕ ਮੈਨੂੰ ਵੋਟ ਕਿਉਂ ਪਾਉਣ? ਜਿਨ੍ਹਾਂ ਟਾਈਮ ਵਿਰੋਧੀ ਧਿਰ ਸਟਰੋਂਗ ਨਹੀਂ ਹੈਗੀ, ਤੁਸੀਂ ਸੱਤਾਧਾਰੀ ਧਿਰ ਨੂੰ ਘੇਰ ਨਹੀਂ ਸਕਦੇ। ਅੱਜ ਉਹਨਾਂ ਦੇ 92 MLA ਨੇ, ਤੁਸੀਂ ਉਹਨਾਂ ਦੀ MP ਜਿਤਾਤਾ, ਤਾਂ ਜਿਹੜੇ ਉਹਨਾਂ ਨੇ ਵਾਅਦਾ ਕਰੇ ਨੇ
1000 ਰੁਪਿਆ ਬੀਬੀਆਂ ਨੂੰ ਪੈਨਸ਼ਨ, ਸਮਝ ਲਓ ਬਿਜਲੀ ਦੇ ਬਿੱਲਾਂ ਦੀ ਗੱਲ ਕਰੀ ਉਹਨਾਂ ਨੇ, ਨੌਜਵਾਨਾਂ ਨੂੰ ਨੌਕਰੀਆਂ ਦੀ ਗੱਲ ਕਰੀ ਉਹਨਾਂ ਨੇ। ਸੋ ਉਹ ਸਾਰੀਆਂ ਚੀਜ਼ਾਂ ਤੇ ਪਹਿਰਾ ਵੀ ਦੇਣਾ ਪਊਗਾ। ਜੇ ਉਹਨਾਂ ਦੇ ਹੱਥੇ ਇਸੇ ਤਰੀਕੇ ਨਾਲ ਰਹੇ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਇਹ ਚੀਜ਼ਾਂ ਪੋਸੀਬਲ ਨਹੀਂ ਹੋ ਸਕਦੀਆਂ। ਜਿੰਨਾ ਵਿਰੋਧੀ ਧਿਰ ਜਿੰਨੀ ਸਟਰੋਂਗ ਹੋਊਗੀ ਉਹ ਫਿਰ ਪਹਿਰਾ ਦਊਗੀ ਲੋਕਾਂ ਦੇ ਇਸ ਚੀਜ਼ ਦੇ ਉੱਤੇ ਵੀ ਯਾਰ ਤੁਸੀਂ ਨੇ ਆ ਵਾਅਦੇ ਕਰੇ ਨੇ ਸੱਤਾਧਾਰੀ ਧਿਰ ਵਾਲਿਓ ਤੇ ਤੁਸੀਂ ਇਹ ਪੂਰੇ ਕਰਵਾਓ, ਜੇ ਲੋਕ ਮੈਨੂੰ ਜਿਤਾਉਂਦੇ ਨੇ। ਇਸ ਕਰਕੇ ਬੀਜੇਪੀ ਦਾ ਪਲੜਾ ਇਸ ਗੱਲ ਤੋਂ ਵੀ ਕਹਿੰਦੇ ਭਾਰੀ ਰਹਿ ਸਕਦਾ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਸੈਂਟਰ 'ਚ ਬੀਜੇਪੀ ਦੀ ਸਰਕਾਰ ਹੈ ਤਾਂ ਲੋਕ ਕਿਤੇ ਇਹ ਨਾ ਸੋਚ ਲੈਣ ਕਿ ਬੀਜੇਪੀ ਦੇ ਉਮੀਦਵਾਰ ਨੂੰ ਜਿਤਾ ਕੇ ਉੱਥੇ ਭੇਜਣਾ ਚਾਹੀਦਾ, ਕਿਉਂਕਿ ਬੀਜੇਪੀ ਦੀ ਜੇ ਸੈਂਟਰ 'ਚ ਸਰਕਾਰ ਹੈ ਤਾਂ ਹੋ ਸਕਦਾ ਹੈ ਕਿ ਹਲਕੇ ਦੇ ਕੰਮ ਹੋ ਜਾਣ। ਬੀਜੇਪੀ ਨੇ ਸਾਡੇ ਜੇ ਇੰਨੀ ਉਹਨਾਂ ਨੂੰ ਬੀਜੇਪੀ ਨੂੰ ਸਾਡਾ ਪੰਜਾਬ ਪਿਆਰਾ ਸੀ ਤਾਂ ਸਾਡੇ ਤਕਰੀਬਨ 1000 ਦੇ ਨੇੜੇ ਕਿਸਾਨਾਂ ਨੇ ਸ਼ਹਾਦਤ ਦਿੱਤੀ ਆ। ਸਭ ਤੋਂ ਵੱਡਾ ਐਜੀਟੇਸ਼ਨ ਸੀਗਾ। ਅੱਜ ਤੱਕ ਉਹਦੇ ਤੇ ਤਾਂ ਕੁਝ ਕਰਿਆ ਨਹੀਂ। ਹੁਣ ਤਾਂ ਉਹ ਲੁਭਾਉਣਗੇ ਜੀ, ਬਹੁਤ ਸਾਰੀਆਂ ਚੀਜ਼ਾਂ ਕਹਿਣਗੇ, ਠੀਕ ਹੈ ਨਾ। ਇਹ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਲੋਕਾਂ ਨੇ ਸਮਝਣਾ ਵੀ ਉਹਨਾਂ ਨੇ ਕੀ ਕਰਨਾ। ਹੁਣ ਕੀ ਵਿਚਾਰਧਾਰਾ ਦੀ ਕੀ ਗੱਲ ਕਰੀਏ, ਇੱਕ ਦਿਨ ਪਹਿਲਾਂ ਤੱਕ ਤੁਸੀਂ ਹੋਰ ਪਾਰਟੀ ਚੋਂ, ਕੱਲ ਨੂੰ ਤੁਸੀਂ ਨੋਮੀਨੇਸ਼ਨ ਫਾਈਲ ਕਰ ਰਹੇ ਹੋ, ਤੁਸੀਂ ਝੰਡਾ ਆਪਦੇ ਗੱਲ 'ਚ ਕੋਈ ਹੋਰ ਪਾਰਟੀ ਦਾ ਪਾ ਲਿਆ। ਇਹੀ ਮੈਂ ਗੱਲ ਕਹਿ ਰਿਹਾ ਸੀ ਕਿ ਤੁਹਾਡੇ 'ਚ ਨਿਕਲੇ ਹੋਏ ਲੋਕਾਂ ਨੂੰ, ਜਿਹੜੇ ਤੁਹਾਡੇ ਕੱਟੜ ਕਾਂਗਰਸੀ ਕਹਿ ਲਓ ਜਾਂ ਜੱਦੀ ਕਾਂਗਰਸੀ ਕਹਿ ਲਓ, ਉਹਨਾਂ ਨੂੰ ਬੀਜੇਪੀ ਤੇ ਬੜਾ ਪਿਆਰ ਵੀ ਆ ਰਿਹਾ ਤੇ ਉਹਨਾਂ ਨੂੰ ਬੀਜੇਪੀ ਦੀਆਂ ਜਿਹੜੀਆਂ ਪਾਲਿਸੀ ਨੇ ਉਹ ਚੰਗੀਆਂ ਵੀ ਲੱਗ ਰਹੀਆਂ। ਜਿਸ ਦਿਨ ਨੋਮੀਨੇਸ਼ਨ ਫਾਈਲ ਕਰਨਾ ਸੀ ਮੈਨੂੰ ਲੱਗਦਾ ਬੀਜੇਪੀ ਦਾ ਉੱਥੇ ਕੋਈ ਨਹੀਂ ਸੀ। ਸਾਰੇ ਜਿਹੜੇ ਆ ਸਾਡੇ ਕਾਂਗਰਸ ਵਾਲੇ ਸੀਗੇ ਇਹ ਨੋਮੀਨੇਸ਼ਨ ਕਰਵਾ ਰਹੇ ਸੀ। ਤੇ ਕਈ ਲੀਡਰ ਤਾਂ ਇਹੋ ਜਿਹੇ ਨੇ, ਬਤੌਰ ਯੂਨੀਵਰਸਿਟੀ ਲੀਡਰ ਮੈਂ ਉਹਨਾਂ ਲਈ ਇੰਨੀ ਕੰਪੇਨ ਕਰਦਾ ਰਿਹਾ ਤੇ ਉਹ ਅੱਜ ਇੱਥੇ ਆ ਕੇ ਮੇਰੇ ਖਿਲਾਫ ਚੱਲ ਰਹੇ ਨੇ। ਸੋ ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਯਾਰ। ਅਸੀਂ ਤਾਂ ਮਿਹਨਤ ਕਰਨੀ ਆ ਤੇ ਮਿਹਨਤ ਕਰਕੇ ਹੀ ਅੱਜ ਤੱਕ ਜਿਹੜਾ ਕੁਝ ਹਾਸਲ ਕੀਤਾ ਤੇ ਅਗਾਂਹ ਤੋਂ ਵੀ ਮਿਹਨਤ ਕਰਨੀ ਆ। ਤੁਸੀਂ ਦੇਖਿਓ ਰਿਜ਼ਲਟ ਬਹੁਤ ਵਧੀਆ ਰਹਿਣਗੇ। ਤੁਸੀਂ ਇਹ ਚੀਜ਼ ਤੋਂ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਇੱਕ ਸੁਨੇਹਾ ਵੀ ਦਿੱਤਾ ਜਾਊਗਾ। ਤੇ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਦਾ ਕਿ ਵਿਰੋਧੀ ਧਿਰ ਨੂੰ ਹਮੇਸ਼ਾ ਤਕੜੀ ਕਰਕੇ ਰੱਖੋ ਤਾਂ ਕਿ ਉਹਨਾਂ ਨੂੰ ਐਂ ਨਾ ਲੱਗੇ ਵੀ ਹੁਣ ਜਿਵੇਂ ਹੁਣ 8 ਸਾਲਾਂ 'ਚੋਂ ਆਏ ਨਹੀਂ, ਹੁਣ 3 ਮਹੀਨੇ ਹੋ ਗਏ ਫੇਰ ਨਹੀਂ ਆਏ। ਫਿਰ ਤਾਂ ਉਹਨਾਂ ਨੂੰ ਐਂ ਲੱਗੂ ਵੀ ਯਾਰ ਵੀ ਲੋਕਾਂ ਨੇ ਤੁਹਾਨੂੰ ਵੈਸੇ ਹੀ ਵੋਟਾਂ ਪਾ ਦੇਣੀਆਂ ਨੇ, ਅਸੀਂ ਜਾਈਏ ਕਿ ਨਾ ਜਾਈਏ, ਠੀਕ ਹੈ ਨਾ। ਜੇ ਤੁਸੀਂ ਵਿਚਰੋਗੇ ਹੀ ਨਹੀਂ ਲੋਕਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਨਾ 90% ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੇ ਤੁਹਾਡੇ ਤੋਂ ਕੋਈ ਕੰਮ ਨਹੀਂ ਲੈਣਾ ਹੁੰਦਾ। ਉਹ ਸਿਰਫ ਤੁਹਾਨੂੰ ਮਿਲਣਾ ਚਾਹੁੰਦੇ ਨੇ, ਹੈਲੋ ਹਾਈ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਨੁਮਾਇੰਦਾ ਕੀ ਕਰਨਾ ਚਾਹੁੰਦਾ। ਮੈਨੂੰ ਬਾਹਰੋਂ ਵੀ NRIs ਭਰਾ ਦੀ ਵੀ, ਕਿਉਂਕਿ ਕਾਫੀ ਮੇਰਾ ਸਰਕਲ ਬਾਹਰ ਆ ਤੇ ਪਾਰਟੀ ਲਾਈਨ ਕ੍ਰਾਸ ਕਰਕੇ ਵੀ ਲੋਕ ਮੇਰੀ ਮਦਦ ਕਰ ਰਹੇ ਨੇ ਸਾਰੀਆਂ ਪਾਰਟੀਆਂ ਤੋਂ। ਮੈਂ ਤੁਹਾਨੂੰ ਵੀ ਜਾਣੀ ਕਿ ਇਹ ਸਾਹਮਣੇ ਮੈਂ ਦੱਸ ਨਹੀਂ ਸਕਦਾ। ਸੋ ਸਾਰੇ ਬੰਦੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਇਹ ਲੱਗ ਰਿਹਾ ਕਿ ਯਾਰ ਸਾਡਾ ਨੌਜਵਾਨ ਆ ਇਹ, ਉਹਨਾਂ ਨੂੰ ਆਪਣਾਪਨ ਲੱਗਦਾ ਮੇਰੇ 'ਚ। ਸੋ ਇਸ ਕਰਕੇ ਮੇਰੀ, ਜੇ ਮੈਂ ਆਪਦੇ ਏਰੀਏ 'ਚ 64 ਗਰਾਊਂਡ ਬਣਾ ਸਕਦਾ 74 ਪਿੰਡਾਂ 'ਚੋਂ ਤਾਂ ਮੈਂ ਲੋਕ ਸਭਾ 'ਚ ਕਿਉਂ ਨਹੀਂ ਬਣਾ ਸਕਦਾ। ਇੱਕ ਗੋਲਡੀ ਨੂੰ ਲੈ ਕੇ ਚਲੋ, ਇਹ ਤਾਂ ਜਦੋਂ ਅਸੀਂ ਪਹਿਲਾਂ ਸਰਵੇ ਕਰਦੇ ਰਹੇ ਹਾਂ, ਲੋਕਾਂ ਨੂੰ ਮਿਲਦੇ ਰਹੇ ਹਾਂ, ਇਹ ਤਾਂ ਜ਼ਰੂਰ ਕਹਿੰਦੇ ਸੀਗੇ ਕਈ ਲੋਕ ਕਿ ਹਾਂ ਗੋਲਡੀ ਨੇ ਕੰਮ ਬੜੇ ਕਰਾਏ ਨੇ, ਪਰ ਕਈ ਵਿਰੋਧੀ ਇਹ ਜ਼ਰੂਰ ਕਹਿੰਦੇ ਸੀ ਕਿ ਕਹਿੰਦੇ ਗੋਲਡੀ ਨੇ, ਮਾਫ ਕਰਿਓ ਮੇਰੇ ਸ਼ਬਦ ਨਹੀਂ ਹੈਗੇ, ਕਿ ਗੋਲਡੀ ਨੇ ਗੁੰਡਾਗਰਦੀ ਕੀਤੀ ਹੈ ਆਪਣੇ ਵਰਗੇ ਨਾਲ, ਜਿਹੜੇ ਗਲਤ ਅਨਸਰ ਆਪਣੇ ਨਾਲ ਲੈ ਕੇ ਘੁੰਮਦਾ, ਜਿਹੜੇ ਸਮਾਜ ਦੇ ਲਈ ਚੰਗੇ ਨਹੀਂ ਹੈਗੇ। ਕੋਈ ਮੇਰੇ ਤੇ ਕੋਈ ਪਰਚਾ ਹੋਵੇ ਇਹੋ ਜਿਹਾ, ਕੋਈ ਜਿਹੜੇ ਮੇਰੇ ਨਾਲ ਜਵਾਨੀ ਚੁੱਭਦੀ ਹੈ। ਹਾਂ ਇੱਕ ਨਾ ਵੈਸੇ ਹੀ ਸਾਰਿਆਂ ਨੂੰ ਕੀ ਆ, ਜਦੋਂ ਮੈਂ ਇਲੈਕਸ਼ਨ ਲੜਦਾ ਸੀ ਤਾਂ ਬੰਦਾ ਕਹਿੰਦਾ ਸਿਆਣੇ ਬੰਦੇ ਨਾਲ ਰੱਖਿਆ ਕਰੋ। ਹੁਣ ਬਈ ਆਪਾਂ ਹੁਣ ਮੈਂ ਦੁਪਹਿਰੇ ਤਕਰੀਬਨ ਇਹ 2:30 ਵਜੇ ਦਾ ਟਾਈਮ ਆ, ਮੈਂ 1 ਵਜੇ ਦਾ ਡੋਰ ਟੂ ਡੋਰ ਸ਼ੁਰੂ ਕਰਿਆ ਹੋਇਆ ਬਾਈ ਜੀ, ਠੀਕ ਹੈ ਨਾ। ਨਹੀਂ ਚੱਲ ਸਕਦੇ ਬਜ਼ੁਰਗ, ਠੀਕ ਹੈ ਨਾ। ਉਹ ਇਹ ਨਹੀਂ ਹੈਗਾ ਵੀ ਮੈਂ ਉਹਨਾਂ ਦਾ ਸਤਿਕਾਰ ਨਹੀਂ, ਤਾਂ ਜਿਹੜਾ ਇਹ ਟਾਈਮ ਹੈ, ਟਾਈਮ ਬਹੁਤ ਥੋੜਾ ਬਾਈ, ਭੱਜ ਕੇ ਲੋਕਾਂ ਨੂੰ ਮਿਲਣਾ ਪੈਂਦਾ, ਜਾਣਾ ਪੈਂਦਾ। ਹੁਣ ਤੁਸੀਂ ਉਹਨੂੰ ਕੁਝ ਹੋਰ ਬਣਾਤਾ, 400-500 ਦੁਕਾਨ ਆ ਸਪੋਜ਼ ਕਰੋ ਬਾਜ਼ਾਰ 'ਚ, ਉਹਦੀਆਂ 4-4 ਪੌੜੀਆਂ ਨੇ ਬਾਈ ਜੀ। ਫਿਰ ਉਤਰਨਾ, ਫਿਰ ਚੜ੍ਹਨਾ, ਫਿਰ ਉਤਰਨਾ, ਫਿਰ ਚੜ੍ਹਨਾ। ਸਿਆਣੇ ਬੰਦੇ ਦੇ ਪੈਰੀ ਹੱਥ ਲਾਉਣੇ, ਹਰ ਇੱਕ ਤਰ੍ਹਾਂ ਦਾ ਆਪਾਂ ਨੂੰ ਮਿਲਣਾ ਪੈਣਾ। 2 ਮਿੰਟ ਉਹ ਵੀ ਮੈਨੂੰ ਆਪਦੀ ਕੋਈ ਗੱਲ ਕਰਦੇ ਨੇ ਤਾਂ ਮੈਨੂੰ ਲੱਗਦਾ ਕਿ ਇਹ ਜਿਹੜੀ ਸਾਰੀ ਚੀਜ਼ ਆ ਇਹ ਕਿਸੇ ਹੋਰ, ਕਿਉਂਕਿ ਕੰਮ ਹੀ ਲੋਕਾਂ ਦਾ ਇਹ ਹੈ ਬਾਈ, ਜਿੰਨਾ ਤੁਸੀਂ ਗਾਲਾਂ ਕੱਢੋਗੇ, ਪੁੱਠੀਆਂ ਚੀਜ਼ਾਂ ਕਰੋਗੇ, ਉਹ ਲੋਕਾਂ ਨੂੰ ਪਸੰਦ ਨੇ। ਮੈਂ ਅੱਜ ਤੱਕ ਕੋਈ ਮਾੜੀ ਚੀਜ਼ ਕਰਦਾ ਨਹੀਂ ਹੈਗਾ, ਨਾ ਮੈਨੂੰ ਮੇਰੇ ਮਾਪਿਆਂ ਨੇ ਸਿਖਾਇਆ। ਜਿੰਨੇ ਯੂਨੀਵਰਸਿਟੀ ਤੋਂ ਮੈਂ ਚੱਲਿਆ ਹੋਇਆ, ਕਾਲਜ ਤੋਂ, ਕੋਈ ਬੰਦਾ ਮੈਨੂੰ ਮਾੜਾ ਕਹਿ ਜੇ ਬਾਈ ਹੇਠਾਂ ਬਹਿ ਜਾਊਗਾ, ਕੋਈ ਮੈਨੂੰ ਮਾੜਾ ਕਹਿ ਦੇ। ਇੱਕ ਵੀ ਮੇਰੇ ਤੇ ਕੋਈ ਦੱਸੋ ਕੋਈ ਇਹੋ ਜਿਹਾ, ਹਾਂ ਪਰਚਾ ਹੈਗਾ ਮੇਰੇ ਤੇ ਟੋਲ ਪਲਾਜ਼ੇ ਵਾਲਾ, ਇਹ ਤਾਂ ਲੋਕਾਂ ਦੀ ਲੜਿਆ ਨਾ ਬਾਈ। ਮੈਂ ਖੁਦ ਦਾ ਤਾਂ ਮੈਨੂੰ ਕੀ ਪਤਾ, MLA ਦਾ ਸਟicker ਲੱਗਿਆ ਹੋਇਆ ਸੀ ਪਹਿਲਾਂ, ਮੈਂ ਤਾਂ ਖੱਬੇ ਪਾਸੇ ਦੀ ਲੰਘ ਹੀ ਜਾਣਾ ਸੀਗਾ। ਮੈਂ ਤਾਂ ਲੋਕਾਂ ਲਈ ਵੀ ਲੜਾਈ ਕਰੀ ਨਾ, ਲੋਕਾਂ ਲਈ ਵੀ ਲੜਿਆ। ਸੋ ਅੱਜ ਹੁਣ ਉਹਨਾਂ ਕੋਲੇ ਮੌਕਾ ਹੈਗਾ, ਉਹ ਟੋਲ ਪਲਾਜ਼ਾ ਚੁਕਾ ਦੇਣ ਤਾਂ। ਅੱਛਾ, ਇੱਕ ਤੁਹਾਡੇ ਜਿਹੜੇ ਚਹੀਤੇ ਹੋਣਗੇ ਪੱਤਰਕਾਰਾਂ ਨੂੰ ਤਾਂ ਵੈਸੇ ਵੀ ਨਹੀਂ ਜੀਣ ਦਿੰਦੇ, ਕਹਿ ਦੇਣਗੇ ਕਿ ਆਪ ਉੱਚੀ ਥਾਂ ਤੇ ਬੈਠਾ, ਬਾਈ ਨੂੰ ਨੀਵੀਂ ਥਾਂ ਤੇ ਬਿਠਾਤਾ। ਮੈਂ ਦੱਸ ਦੇਵਾਂ ਕਿ ਇਹ ਵੀ ਬਾਈ ਨੇ ਆਪ ਜਿਹੜੀ ਆਪਣੀ ਸੀਟ ਲਈ ਸੀ। ਇਹ ਜਿਹੜੀ ਨਿਮਰਤਾ ਹੈ, ਇਹ ਇਲੈਕਸ਼ਨਾਂ ਦੇ ਸਮੇਂ ਆ ਜਾਂਦੀ ਹੈ ਜਾਂ ਫਿਰ ਇਹ ਗੋਲਡੀ ਦਾ ਸੁਭਾਅ ਹੀ ਇੱਦਾਂ ਦਾ? ਨਹੀਂ ਬਈ, ਆਪਣੇ 'ਚ ਹੈਗਾ ਕੀ ਹੈ ਬਈ, ਰਿਸ਼ਤੇ ਹੀ ਨੇ, ਇੱਕ ਦੂਜੇ ਦਾ ਮਾਨ ਸਤਿਕਾਰ ਹੀ ਆ। ਹੁਣ ਤੁਸੀਂ ਬਾਹਰੋਂ ਆਏ ਹੋ, ਚੱਲ ਕੇ ਸਾਡੇ ਏਰੀਏ 'ਚ ਆਏ ਹੋ, ਸਾਡਾ ਫਰਜ਼ ਬਣਦਾ ਤੁਹਾਡਾ ਸਤਿਕਾਰ ਕਰਨਾ। ਇਸ ਗੱਲ ਨੂੰ ਮੈਂ ਹੁਣ ਸਾਡਾ ਭਰਾ ਇਹਦੇ ਕੋਲੇ ਬੈਠ ਕੇ
ਜਿਹੜਾ ਸਵਾਦ ਆਉਂਦਾ ਥੱਲੇ ਬੈਠ ਕੇ, ਉਹ ਹੁਣ ਮੈਨੂੰ ਐ ਸੀ ਵੀ ਤੁਸੀਂ ਇੱਧਰ ਬੈਠੋ ਤੇ ਮੈਂ ਇੱਧਰ ਇਸ ਗੱਲ ਦੀ ਮੈਂ ਗਵਾਹੀ ਮੈਂ ਹੀ ਭਰ ਦਿੰਦਾ ਕਿ ਜਦੋਂ ਵੀ ਗੋਲਡੀ ਬਾਈ ਨੂੰ ਫੋਨ ਕਰੀਦਾ ਪਹਿਲੀ ਰਿੰਗ ਤੇ ਬੜੇ ਘੱਟ ਲੀਡਰ ਨੇ ਜਿਹੜੇ ਫੋਨ ਚੱਕਦੇ ਨੇ ਤੇ ਫੋਨ ਚੱਕ ਕੇ ਕਹਿੰਦੇ ਨੇ ਹਾਂਜੀ ਬਾਈ ਜੀ ਦੱਸੋ ਕੀ ਕਰਨਾ। ਇੱਕ ਇਹਦੇ 'ਚ ਮੈਂ ਤੁਹਾਨੂੰ ਇੱਕ ਲੋਕਾਂ ਨੂੰ ਵੀ ਸੁਨੇਹਾ ਦੇਣਾ ਚਾਹਣਾ ਕਿ ਫੋਨ ਕਾਲਸ ਇਸ ਟਾਈਮ ਮੇਰੇ ਤੋਂ ਬਹੁਤੀਆਂ ਚੱਕੀਆਂ ਨਹੀਂ ਜਾ ਰਹੀਆਂ ਕਿਉਂਕਿ ਕੰਪੇਨ ਕਰਨੀ ਹੁੰਦੀ ਆ। ਸੋ ਉਹਦੇ ਲਈ ਮੈਂ ਮਾਫੀ ਚਾਹਣਾ। ਸਵੇਰੇ ਸ਼ਾਮ ਤੁਸੀਂ ਮੈਨੂੰ ਮਿਲ ਸਕਦੇ ਹੋ, ਤੁਹਾਡੇ ਸੁਝਾਅ ਮੈਨੂੰ ਮਿਲ ਰਹੇ ਨੇ ਹਰੇਕ ਤਰ੍ਹਾਂ ਦੇ। ਸੋ ਸਾਰਿਆਂ ਨੇ ਆਪਣੇ ਆਪ ਹੀ ਗੋਲਡੀ ਬਣ ਕੇ ਇਲੈਕਸ਼ਨ ਲੜਨੀ ਆ। ਇਹ ਤੁਹਾਡੀ ਇਲੈਕਸ਼ਨ ਆ, ਨਾ ਮੇਰੀ ਜਿੱਤ ਆ ਇਹਦੇ 'ਚ, ਨਾ ਮੇਰੀ ਹਾਰ ਆ। ਮੈਂ ਤਾਂ ਇੱਕ ਨੌਜਵਾਨਾਂ ਲਈ ਸੰਘਰਸ਼ ਕਰ ਰਿਹਾ, ਇੱਕ ਪਾਰਟੀ ਲਈ ਜੀ ਜਾਨ ਨਾਲ ਮਿਹਨਤ ਕਰ ਰਿਹਾ। ਸੋ ਮੇਰਾ ਮਕਸਦ ਤਾਂ ਇਹ ਆ ਕਿ 1.5 ਸਾਲ ਦੀ ਟਰਮ ਆ ਇਹ। 1.5 ਸਾਲ ਜੇ ਮੈਂ ਲੋਕਾਂ ਨੂੰ ਪਸੰਦ ਆਊਂਗਾ ਤਾਂ ਅੱਗੇ ਮੌਕਾ ਦੇ ਦਿਓ। ਜੇ 1.5 ਸਾਲ ਨਹੀਂ ਪਸੰਦ ਆਊਂਗਾ, 1.5 ਸਾਲ 'ਚ ਹੀ ਪਤਾ ਲੱਗ ਜਾਣਾ ਕਿ ਮੈਂ ਭਾਈ ਲੋਕਾਂ ਦੇ ਜਿਹੜੇ ਮੁੱਦੇ ਨੇ ਉਹ ਲੋਕ ਸਭਾ 'ਚ ਚੱਕ ਰਿਹਾ ਜਾਂ ਨਹੀਂ ਚੱਕ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਰਸਤੇ ਖੁੱਲ੍ਹ ਜਾਣਗੇ। ਸਾਡਾ ਗਰਾਊਂਡ ਵਾਟਰ ਬਹੁਤ ਨੀਵਾਂ ਜੀ, ਡਾਰਕ ਜ਼ੋਨ 'ਚ ਸਾਡਾ ਏਰੀਆ, ਇਹਦੇ ਤੇ ਕੰਮ ਕਰਨਾ ਅਸੀਂ ਨੇ। ਐਜੂਕੇਸ਼ਨ ਤੇ ਕੰਮ ਕਰਨਾ। ਹੁਣ ਵਾਲੀ ਸਰਕਾਰ ਵਾਂਗੂ ਥੋੜੀ ਵੀ ਪਹਿਲੇ ਨੰਬਰ ਤੇ ਆ ਕੇ ਕਹਿ ਦਿੰਦੇ ਵੀ ਸਰਵ ਹੀ ਗਲਤ ਆ ਜੀ, ਐਜੂਕੇਸ਼ਨ ਸਿਸਟਮ ਪਹਿਲੇ ਨੰਬਰ ਤੇ ਆਪਾਂ ਕਹਿ ਰਹੇ ਹਾਂ ਜੀ ਵੀ ਇਹ ਤਾਂ ਕਾਂਗਰਸ ਦੀ ਮੈਨੂੰ ਇਹ ਵੀ ਗੱਲ ਬੜੀ ਮਾੜੀ ਲੱਗਦੀ ਹੈ ਕਿ ਜਿਹੜੀ ਕਾਂਗਰਸ ਦੇ 5 ਸਾਲਾਂ ਦੇ ਵਿੱਚ ਟੈਨਿਓਰ ਦੇ ਵਿੱਚ ਜਿਹੜੀ ਚੰਗੀ ਚੀਜ਼ ਹੋਈ ਹੈ ਉਸ ਨੂੰ ਤਾਂ ਅੱਜ ਵਾਲੇ ਕਾਂਗਰਸੀ ਆਪਣੀ ਪਿੱਠ ਥਾਪੜ ਦਿੰਦੇ ਨੇ, ਤੇ ਜਿਹੜਾ ਕਾਂਗਰਸ ਦੇ ਵਿੱਚ ਮਾੜਾ ਹੋਇਆ ਹੈ ਉਹ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਇਹ ਗਲਤ ਗੱਲ ਹੈ ਜੀ। ਅਸੀਂ ਸਾਰੇ ਇਕੱਠੇ ਸੀਗੇ, ਐਵੇਂ ਕਿਸੇ ਨੂੰ ਕੁਝ ਕਹਿਣਾ ਉਹਦੇ 'ਚ ਜੇ ਗਲਤੀ ਸੀ ਤਾਂ ਸਾਰਿਆਂ ਦੀ ਗਲਤੀ ਸੀ। ਹੁਣ ਮੇਰੇ ਵਰਗੇ ਜਿਨ੍ਹਾਂ ਨੇ ਇੰਨੀ ਮਿਹਨਤ ਕਰਦੇ ਵੀ ਇਹੀ ਖਮਿਆਜਾ ਭੁਗਤਿਆ ਨਾ ਸਾਰਿਆਂ ਨੇ। ਸੋ ਇਹਦੇ 'ਚ ਤਾਂ ਫਿਰ ਲੋਕ ਤਾਂ ਇਹਨੂੰ ਉਸ ਤਰੀਕੇ ਨਾਲ ਹੀ ਦੇਖਦੇ ਨੇ ਨਾ। ਸੋ ਜੋ ਕਮੀਆਂ ਪੇਸ਼ੀਆਂ ਰਹਿ ਗਈਆਂ ਤਾਂ ਹੀ ਸ਼ਾਇਦ ਅਸੀਂ ਇਲੈਕਸ਼ਨ ਹਾਰੇ ਹਾਂ, ਤੇ ਹੁਣ ਅਸੀਂ ਉਹ ਕਮੀਆਂ ਪੇਸ਼ੀਆਂ ਨਹੀਂ ਇਹੋ ਜਿਹੀਆਂ ਕੋਈ ਕਮੀ ਪੇਸ਼ੀ ਨਹੀਂ ਰਹਿਣ ਦੇਣੀ। ਸੋ ਸਾਨੂੰ ਹੁਣ ਨੌਜਵਾਨਾਂ ਨੂੰ ਮੌਕਾ ਮਿਲ ਰਿਹਾ। ਬਾਈ ਰਾਜਾ ਜੀ ਉਮਰ 44 ਸਾਲ ਦੀ ਉਮਰ ਆ, ਮੇਰੀ ਉਮਰ 39 ਈਅਰਸ ਦੀ ਆ, 40 ਸਾਲ ਦੀ। ਤੇ ਇਹਦੇ ਨਾਲ ਕੀ ਆ ਕਿ ਨੌਜਵਾਨਾਂ ਨੂੰ ਇੱਕ ਰਸਤੇ ਖੁੱਲ ਰਹੇ ਨੇ, ਪੁਰਾਣੇ ਜਾ ਰਹੇ ਨੇ, ਨਵਿਆਂ ਨੂੰ ਮੌਕਾ ਮਿਲ ਰਿਹਾ। ਸੋ ਇਹ ਚੀਜ਼ ਇੱਕ ਬਹੁਤ ਵੱਡੀ ਚੀਜ਼ ਆ। ਪਾਰਟੀ ਕੋਈ ਚੰਗੀ ਮਾੜੀ ਨਹੀਂ ਹੁੰਦੀ, ਪਾਰਟੀ ਕੋਈ ਚੰਗੀ ਮਾੜੀ ਨਹੀਂ। ਪਾਰਟੀ ਨੂੰ ਲੀਡ ਕਰਨ ਵਾਲੇ ਚੰਗੇ ਮਾੜੇ ਹੁੰਦੇ ਨੇ। ਹੁਣ ਮੈਂ ਕਾਂਗਰਸ 'ਚ ਹਾਂ, ਹੁਣ ਜਿਹੜੇ ਪਹਿਲਾਂ ਕਾਂਗਰਸ ਸੀ ਉਹ ਬੀਜੇਪੀ ਚਲੇ ਗਏ, ਠੀਕ ਹੈ ਨਾ। ਉਹਨਾਂ ਕੋਲ ਕੀ ਪਰਫਿਊਮ ਹੈ ਜਾਂ ਵੀ ਉਹਨਾਂ ਦੀ ਵਿਚਾਰਧਾਰਾ ਚੇਂਜ ਹੋ ਗਈ, ਮੈਂ ਤੁਹਾਡੀ ਸ਼ਰਟ ਤੇ ਛਿੜਕ ਦੂੰਗਾ ਵਿਚਾਰ। ਇਹੀ ਆਮ ਆਦਮੀ ਦਾ ਸੀਗਾ। ਗੋਲਡੀ ਇਹ ਕੈਮਰੇ ਅੱਗੇ ਅੱਜ ਮੰਨਣਗੇ ਕਿ ਮਰਦੇ ਦਮ ਤੱਕ ਕਾਂਗਰਸ ਦੇ ਨਾਲ ਹੀ ਰਹਿਣਗੇ? ਹਾਂ, ਮੈਨੂੰ ਇੰਨੀ ਛੋਟੀ ਉਮਰ 'ਚ 2017 'ਚ ਵਿਧਾਨ ਸਭਾ ਦੀ ਇਲੈਕਸ਼ਨ ਲੜਾਤੀ। ਮੇਰੇ ਅਗੇਂਸਟ ਐਡੇ ਵੱਡੇ ਲੀਡਰ ਸੀਗੇ ਜੀ ਜਿਹੜੇ ਟਿਕਟ ਮੰਗ ਰਹੇ ਸੀਗੇ। ਫਿਰ ਮੈਨੂੰ ਮੁੱਖ ਮੰਤਰੀ ਦੇ ਸਾਹਮਣੇ ਲੜਾਇਆ ਜੀ ਰੀਸੈਂਟਲੀ ਚੋਣਾਂ। ਹੁਣ ਮੈਨੂੰ ਘਰੇ ਬੈਠੇ ਨੂੰ ਲੋਕ ਸਭਾ ਲੜਾ ਰਹੇ ਨੇ ਜੀ। ਤੇ ਪਾਰਟੀ ਇਸ ਤੋਂ ਵੱਧ ਕੀ ਕਰ ਦੂਗੀ? ਹੁਣ ਜਿਹੜੇ ਸਾਡੇ ਲੀਡਰ ਵੀ ਜਾ ਰਹੇ ਨੇ, ਕੀ ਕੁਛ ਲੈ ਲਿਆ ਉਹਨਾਂ ਨੇ? ਸਾਰਾ 4-5 ਸਾਲ ਵਧੀਆ ਨਜ਼ਾਰੇ 'ਚ ਰਹੇ। ਹੁਣ ਜਦੋਂ ਪਾਰਟੀ ਨੂੰ ਔਖੇ ਸਮੇਂ 'ਚ ਲੋੜ ਸੀਗੀ, ਹੁਣ ਸਾਰੇ ਭੱਜ ਗਏ। ਬੰਦਾ ਤਾਂ ਉਹੀ ਹੈ ਨਾ ਜਿਹੜਾ ਔਖੇ ਟਾਈਮ 'ਚ ਖੜੇ। ਚੰਗੇ ਟਾਈਮ 'ਚ ਤਾਂ ਬਈ ਸਾਰੀ ਜਿੰਦਾਬਾਦ ਕਰਨ ਵਾਲੇ ਮਿਲ ਜਾਂਦੇ ਨੇ। ਬਹੁਤ ਸਾਰੇ ਆਲੇ ਦੁਆਲੇ ਵੀ ਇਹੋ ਜਿਹੀਆਂ ਐਗਜ਼ਾਮਪਲਾਂ ਹੁੰਦੀਆਂ ਨੇ। ਸੋ ਸੱਚ ਨੂੰ ਸੱਚ ਕਹਿਣਾ ਚਾਹੀਦਾ। ਮੈਂ ਕੈਮਰੇ ਤੇ ਝੂਠ ਵੀ ਕਹਿ ਦੂੰਗਾ, ਲੋਕਾਂ ਨੂੰ ਤਾਂ ਪਤਾ ਹੋਊਗਾ ਨਾ ਵੀ ਅਸਲੀਅਤ ਕੀ ਆ। ਤਾਂ ਮੈਂ ਆਪਣੇ ਆਪ ਨੂੰ ਧੋਖੇ 'ਚ ਕਿਉਂ ਰੱਖ ਰਿਹਾ? ਤੁਹਾਡਾ ਬੜਾ ਕੀਮਤੀ ਸਮਾਂ ਕੈਂਪੇਨ ਕਰਨੀ ਹੈ, ਪਰ ਮਾਫੀ ਚਾਹੁੰਦਾ 2-3 ਮਿੰਟ ਮੈਂ ਹੋਰ ਲੂੰਗਾ। ਇਹ ਦੱਸੋ ਕਿ ਜਦੋਂ ਪਹਿਲੀ ਵਾਰ ਸਟੂਡੈਂਟ ਪੋਲੀਟਿਕਸ ਦੇ ਵਿੱਚ ਹਮੇਸ਼ਾ ਜਿੱਤ ਦੇਖੀ ਹੈ, ਸਕਸੈਸ ਦੇਖਿਆ ਹੈ, ਪਹਿਲੀ ਵਾਰ 17 'ਚ ਇਲੈਕਸ਼ਨ ਲੜੇ, ਜਿੱਤ ਗਏ, ਉਸ ਤੋਂ ਬਾਅਦ ਹਾਰ ਦੇਖ ਲਈ। ਮੈਨੂੰ ਇਹ ਲੱਗਿਆ ਕਿ ਤੁਹਾਡੇ ਚਿਹਰੇ ਤੋਂ ਕਿ ਗੋਲਡੀ ਉਸ ਤੋਂ ਬਾਅਦ ਬੜਾ ਮਾਯੂਸ ਹੈ, ਬੜਾ ਨਿਰਾਸ਼ ਹੈ। ਉਸ ਚੀਜ਼ ਨੇ ਅੰਦਰੋਂ ਤੋੜਿਆ ਵੀ ਹੋਊਗਾ ਕਿ ਹਲਕੇ ਦਾ ਕੰਮ ਕੀਤੇ ਪਰ ਫਿਰ ਵੀ ਹਾਰ ਮਿਲੀ ਹੈ। ਤਾਂ ਹੁਣ ਉਸ ਚੀਜ਼ ਦਾ ਜਿਹੜੀ ਉਹ ਹਾਰ ਹੈ, ਉਸ ਚੀਜ਼ ਕਿੰਨੀ ਕੁ ਅੱਜ ਤੰਗ ਕਰਦੀ ਹੈ, ਜਾਂ ਉਸ ਚੀਜ਼ ਨੇ ਕਿੰਨਾ ਕੁ ਗੋਲਡੀ ਦਾ ਹੌਸਲਾ ਤੋੜਿਆ? ਬਿਲਕੁਲ। ਇੱਕ ਦੇਖੋ, ਜਦੋਂ ਤੁਸੀਂ ਕੰਮ ਕਰਦੇ ਹੁੰਦੇ ਹੋ ਤੇ ਲੋਕ ਆ ਕੇ ਕਹਿੰਦੇ ਨੇ ਜੀ ਵੀ ਸਾਡੇ ਤੋਂ ਗਲਤੀ ਹੋ ਗਈ, ਤਾਂ ਉਹ ਚੀਜ਼ ਵਾਪਸ ਤਾਂ ਆ ਹੀ ਨਹੀਂ ਸਕਦੀ। ਪਰ ਪਰਮਾਤਮਾ ਨੇ ਕੋਈ ਕੁਛ ਹੋਰ ਲਿਖਿਆ ਹੋਇਆ ਸੀ। ਹੁਣ ਮੈਨੂੰ ਇੱਧਰਲੇ ਪਾਸੇ ਤੋਰਤਾ, ਠੀਕ ਹੈ ਨਾ ਜੀ। ਤੁਸੀਂ ਵੀਰੇ ਇੱਕ ਚੀਜ਼ ਦੇਖੋ, ਮੈਂ ਨਹੀਂ ਕਹਿੰਦਾ ਕੋਈ ਪਾਰਟੀ ਚੰਗੀ ਜਾਂ ਮਾੜੀ। ਮੇਰੀ ਵਾਈਫ ਮੇਰੇ ਨਾਲ ਕੰਮ ਕਰ ਰਹੀ ਆ। ਤਾਂ ਆਪਾਂ ਕਹਿਣਾ ਲੇਡੀਜ਼ ਨੂੰ ਹੱਕ ਦੇਣਾ, ਆਪਾਂ ਉਹਨਾਂ ਲਈ ਰਾਖਵੇਂਕਰਨ ਕਰਦੇ ਹਾਂ। ਜੇ ਮੇਰੀ ਘਰ ਵਾਲੀ ਮੇਰੇ ਲਈ ਕੰਮ ਕਰਦੀ ਆ ਤਾਂ ਉਹਨੂੰ ਕੁਛ ਇੱਕ ਬਜ਼ੁਰਗ ਬੰਦੇ ਉਹਨੂੰ ਗਾਲਾਂ ਕੱਢਦੇ ਨੇ, ਮਾੜਾ ਬੋਲਦੇ ਨੇ, ਠੀਕ ਹੈ ਨਾ ਜੀ। ਉਹ ਕਹਿੰਦੇ ਨੇ ਵੀ ਅਸੀਂ ਗਾਣੇ ਲਾ ਕੇ ਘੇਰਦੇ ਹਾਂ ਆਮ ਆਦਮੀ ਵਾਲੇ, ਤੇ ਆਹ ਇੱਕ ਬੰਦਾ ਉਹਨੂੰ ਬਾਹਰੋਂ ਮੋਟਰਸਾਈਕਲ ਨਾਲ ਸਨਮਾਨਿਤ ਕਰ ਰਿਹਾ। ਕੀ ਸੋਚ ਆ ਇਹ? ਕੀ ਸੋਚ ਆ? ਤੁਸੀਂ ਪੰਗਾ ਲੈਣਾ ਮੇਰੇ ਨਾਲ ਹੋ ਯਾਰ, ਠੀਕ ਹੈ ਨਾ ਜੀ। ਆਪਾਂ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ। ਬੱਚੇ ਇਹ ਥੋੜੀ ਵੀ ਆਪਾਂ ਕਿਸੇ ਨੂੰ ਟਾਰਗੇਟ ਕਰੀਏ। ਤੁਸੀਂ ਕੋਈ ਚੀਜ਼ ਕਰਨੀ ਹੈ ਮੇਰੇ ਨਾਲ ਕਰੋ, ਮੇਰੇ ਨਾਲ ਡਿਬੇਟ ਕਰੋ, ਮੇਰੇ ਨਾਲ ਗੱਲ ਕਰੋ। ਮੈਂ ਤਾਂ ਚਾਹਣਾ ਕਿ ਕਿਉਂ ਅੱਧਾ ਘੰਟਾ ਤੁਸੀਂ ਬਾਕੀ ਲੀਡਰਾਂ ਬਾਰੇ ਮਾੜਾ ਚੰਗਾ ਬੋਲੀ ਜਾਂਦੇ ਹੋ? ਕਿਉਂ ਨਾ ਤੁਸੀਂ ਆਪਦੇ ਕੀਤੇ ਹੋਏ ਕੰਮ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਕੀ ਕਰਵਾਓਗੇ, ਸਾਰਾ ਮੀਡੀਆ ਇੱਕ ਦਿਨ ਸੱਦੋ,
ਸਿਰਫ ਕਿਸੇ ਬਾਰੇ ਨਾ ਬੋਲੋ, ਸਿਰਫ 5 ਮਿੰਟ ਦਾ ਟਾਈਮ ਮੀਡੀਆ ਸਾਡੇ ਪੋਲੀਟੀਕਲ ਲੀਡਰਸ ਨੂੰ ਦਵੇ। ਆਹ ਚੋਣ ਦੇ ਵਿੱਚ ਵੀ ਅਸੀਂ ਦੱਸਾਂਗੇ ਵੀ ਅਸੀਂ ਕੀ ਕਰਵਾਉਣਾ ਚਾਹੁੰਦੇ ਆ ਤੇ ਪਹਿਲਾਂ ਅਸੀਂ ਨੇ ਕੀ ਕਰਵਾਇਆ। ਲੋਕ ਆਪਦੇ ਆਪ ਉਹ ਲਾਈਵ ਚੱਲਦਾ ਹੋਵੇ, ਲੋਕ ਆਪਦੇ ਆਪ ਡਿਸਾਈਡ ਕਰਨ ਵੀ ਕਿਹੜੇ ਬੰਦੇ ਨੂੰ ਜਿਤਾਉਣਾ, ਕਿਹੜੇ ਬੰਦੇ ਨੂੰ ਹਰਾਉਣਾ। ਕਿਸੇ ਦੀ ਇਮੇਜ ਨੂੰ ਡੈਂਟ ਕਰਨਾ, ਮਾੜਾ ਬੋਲਣਾ, ਕਿ ਇਹ ਆਮ ਆਦਮੀ ਦੀ ਉਹੀ ਚੀਜ਼ ਜਦੋਂ ਉਦੋਂ ਲੋਕ ਸਮਝਦੇ ਨਹੀਂ ਸੀ, ਹੁਣ ਉਹ ਸਾਰੀ ਚੀਜ਼ ਸਾਹਮਣੇ ਆ ਗਈ। ਮੈਨੂੰ ਛੱਡੋ, ਇੱਕ ਆਮ ਆਦਮੀ ਦਾ ਵਰਕਰ ਨਿਰਾਸ਼ ਆ, ਚਾਹੇ ਤੁਸੀਂ ਪਤਾ ਕਰ ਲਿਓ, ਬਿਲਕੁਲ ਕੈਮਰੇ ਤੇ ਗੱਲ ਕਰ ਰਿਹਾ ਹੈ, ਪੁੱਛ ਕੇ ਦੇਖ ਲਿਓ ਵੀ ਕੀ ਹੋ ਰਿਹਾ। ਰਿਐਲਿਟੀ ਕਿੰਨਾ ਜ਼ਿਆਦਾ ਫਰਕ ਆ ਇਹ ਚੀਜ਼ ਦੇ ਵਿੱਚ, ਕਿੰਨਾ ਕੁ ਜ਼ਿਆਦਾ ਫਰਕ ਆ, ਠੀਕ ਹੈ ਨਾ। ਇਹ ਚੀਜ਼ਾਂ ਸਮਝਣੀਆਂ ਪੈਣਗੀਆਂ, ਦੇਖਣੀਆਂ ਪੈਣਗੀਆਂ। ਸੋ ਇਹ ਚੀਜ਼ਾਂ ਦੇ ਉੱਤੇ ਗੌਰ ਕਰਨੀ ਪਊਗੀ। ਤੇ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ, ਉਹਨਾਂ ਦੀ ਜਿਹੜੀ ਆਖਰੀ ਗੱਲਬਾਤ ਹੈ ਉਹ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਨਾਲ ਹੋਈ, ਜਾਂ ਫਿਰ ਇਸ ਵਾਰ ਕਹਿ ਰਹੇ ਨੇ ਕਿ ਉਸ ਚੀਜ਼ ਦਾ ਕਿ ਜਿਹੜਾ ਯੂਥ ਹੈ ਉਹ ਸਿਮਰਜੀਤ ਸਿੰਘ ਮਾਨ ਵੱਲ ਵੀ ਜਾ ਸਕਦਾ, ਕਿਉਂਕਿ ਮੂਸੇਵਾਲਾ ਉਹ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰਨ ਦੀ ਗੱਲ ਕਰ ਰਹੇ ਸੀ ਐਮਪੀ ਦੀਆਂ ਇਲੈਕਸ਼ਨਾਂ 'ਚ। ਇਹਨਾਂ ਵੈਸੇ ਬੜੀ ਮੈਂ ਉਹਨਾਂ ਦਾ ਸਤਿਕਾਰ, ਹਾਂ ਮੈਂ ਸਤਿਕਾਰ ਕਰਦਾ ਉਹਨਾਂ ਦਾ, ਪਰ ਉਹਨਾਂ ਨੇ 2 ਵੀਡੀਓਜ਼ ਦੇਖੀਆਂ ਮੈਂ ਉਹਨਾਂ ਦੀਆਂ। ਇੱਕ ਤਾਂ ਜਿਸ ਦਿਨ ਉਸ ਦਿਨ ਡੈਥ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਵੀ ਇਹੀ ਕਿਹਾ ਵੀ ਮੈਨੂੰ ਫਾਇਦਾ ਹੋਣਾ ਸੀ, ਜਾਂ ਇਹ ਗਲਤ ਗੱਲ ਆ ਯਾਰ। ਮੇਰਾ ਦੋਸਤ ਸੀਗਾ, ਮੈਂ ਨਹੀਂ ਉਹਦੇ ਨਾਮ ਤੇ ਵੋਟ ਮੰਗਦਾ, ਬਿਲਕੁਲ ਨਹੀਂ। ਤੇ ਰਾਜੇ ਬਾਈ ਦਾ ਕਿੰਨਾ ਕਲੋਜ਼ ਸੀਗਾ, ਅਸੀਂ ਉਹਨਾਂ ਦੇ ਨਾਮ ਤੇ ਥੋੜੀ ਵੋਟਾਂ ਮੰਗਣੀਆਂ ਨੇ। ਉਹ ਮੁੰਡਾ ਸਾਡੇ 'ਚ ਵਾਪਸ ਆ ਸਕਦਾ ਕਦੇ, ਜਿਹੜਾ ਆਪਦੇ ਘਰੋਂ ਚਲਾ ਗਿਆ। ਸਾਡੇ ਬੰਦੇ ਸਿਸਟਮ ਸਮਝਦੇ ਨਹੀਂ। ਜਦੋਂ ਬੰਦਾ ਚਲਾ ਜਾਂਦਾ, ਦੀਪ ਸਿੱਧੂ ਚਲਾ ਗਿਆ, ਜਦੋਂ ਚਲਾ ਗਿਆ ਉਸ ਤੋਂ ਬਾਅਦ ਲੋਕਾਂ ਨੂੰ ਉਹਦੀ ਸੋਚ ਸਮਝ ਆਈ। ਸਿੱਧੂ ਮੂਸੇਵਾਲਾ ਚਲਾ ਗਿਆ, ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਲੱਗਿਆ ਵੀ ਇਹ ਕੀ ਚੀਜ਼ ਸੀ, ਇਹ ਕੌਣ ਸੀ। ਮਾਨਸੇ ਉਹਨੇ ਕੈਂਸਰ ਦਾ ਹਸਪਤਾਲ ਬਣਾਉਣਾ ਸੀ, ਪਰ ਜਿਉਂਦੇ ਜੀ ਉਹਨੂੰ ਕਿਸੇ ਨੇ ਸੋਚਿਆ ਹੀ ਨਹੀਂ। ਤੇ ਉਹਦੇ ਨਾਮ ਤੇ ਵੋਟ ਮੰਗਣੀ ਜਾਂ ਉਹਦੇ ਨਾਮ ਤੇ ਰਾਜਨੀਤੀ ਕਰਨੀ, ਮੈਨੂੰ ਲੱਗਦਾ ਇਹ ਚੰਗੀ ਗੱਲ ਨਹੀਂ ਹੈਗੀ, ਮੈਨੂੰ ਨਹੀਂ ਲੱਗਦਾ, ਠੀਕ ਹੈ ਨਾ। ਸੋ ਇਹ ਚੀਜ਼ਾਂ ਤੋਂ ਮੈਨੂੰ ਲੱਗਦਾ ਬਚਣਾ ਚਾਹੀਦਾ। ਕੋਈ ਇਹੀ ਜਿਹੀ ਗੱਲ ਨਹੀਂ ਹੈਗੀ ਜਿਹੜੀ ਤੁਸੀਂ ਕਹਿ ਰਹੇ ਹੋ। ਨੌਜਵਾਨਾਂ ਨੂੰ ਸਾਰੀਆਂ ਚੀਜ਼ਾਂ ਦਿਖਦੀਆਂ ਨੇ ਅੱਜ ਕੱਲ੍ਹ, ਸਾਰੀਆਂ ਚੀਜ਼ਾਂ ਪਤਾ ਨੇ। ਇੱਕ ਦਿਨ ਪਹਿਲਾਂ ਇਹਨਾਂ ਦਾ ਅਕਾਲੀ ਦਲ ਨਾਲ ਸਮਝੌਤਾ ਹੋ ਗਿਆ ਸੀ, ਉਸ ਤੋਂ ਬਾਅਦ ਫਿਰ ਇਹਨਾਂ ਨੇ ਆਪਣੀ ਕੈਂਡੀਡੇਟ ਅਕਾਲੀ ਦਲ ਨੇ ਅਲੱਗ ਖੜੀ ਕਰਤੀ। ਸੋ ਇਹ ਬਾਕੀ ਲੋਕਾਂ ਦਾ ਵਿਚਾਰ ਆ ਜੀ, ਲੋਕਾਂ ਨੇ ਕੀ ਸੋਚਣਾ ਜਾਂ ਕੀ ਕਰਨਾ। ਤੇ ਮੇਰਾ ਤਾਂ ਇਹੀ ਹੈ ਵੀ ਕਾਂਗਰਸ ਪਾਰਟੀ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਆ, ਸਾਰਿਆਂ ਨੂੰ ਬਰਾਬਰ ਲੈ ਕੇ ਚੱਲਦੀ ਆ, ਤੇ ਸਾਰਿਆਂ ਨੂੰ ਇਕਮੁੱਠ ਕਰਕੇ ਸਾਡਾ ਤਾਂ ਮਕਸਦ ਆ ਕਿ ਚੰਗਾ ਮਾਹੌਲ ਸਿਰਜਣਾ। ਜੇ ਮੈਂ ਇੱਕ ਹਾਈਪੋਥੈਟੀਕਲ ਸਿਚੁਏਸ਼ਨ ਦਵਾਂ, ਮੰਨ ਲਓ ਗੋਲਡੀ ਐਮਪੀ ਦੀ ਇਲੈਕਸ਼ਨ ਜਿੱਤ ਜਾਂਦੇ ਨੇ, ਤਾਂ ਸਭ ਤੋਂ ਪਹਿਲਾਂ ਸੰਗਰੂਰ ਦੇ ਹਲਕੇ ਦੇ ਕਿਹੜੇ ਉਹ ਕੰਮ ਕਰਨਗੇ? ਕਿਉਂਕਿ ਐਮਪੀ ਦੀ ਹੁਣ ਇੱਕ ਸੰਗਰੂਰ ਦੇ ਐਮਪੀ ਦੀ ਖਾਸ ਕਰਕੇ ਇਹ ਵੀ ਇਮੇਜ ਬਣੀ ਹੋਈ ਹੈ ਕਿ ਉੱਥੇ ਜਾ ਕੇ ਪੂਰਾ ਆਪਣੇ ਹਲਕੇ ਦੇ ਲਈ ਬੋਲਣਾ ਹੈ। ਬਿਲਕੁਲ ਜੀ, ਤੇ ਬਹੁਤ ਸਾਰੇ ਜਿਹੇ ਮੁੱਦੇ ਨੇ ਸਾਡੇ। ਹੁਣ ਕਈ ਇੱਥੇ ਵੱਡੇ ਅਦਾਰੇ ਨੇ, ਉੱਥੇ ਤਕਰੀਬਨ ਜਿਹੜਾ ਸਾਡਾ ਜਿਵੇਂ ਪੈਪਸੀ ਆ ਚੰਨੋ, ਉੱਥੇ ਆਲੂ ਲੇਜ਼ ਬਣਦੇ ਨੇ ਜੀ, ਉਹ ਸਾਡੇ ਜੇ ਉਹਨਾਂ ਦਾ ਤੇ ਸਾਡੇ ਕਿਸਾਨਾਂ ਦਾ ਟਾਈ ਅਪ ਹੋ ਜੇ ਤਾਂ ਪੂਰੇ ਸੰਗਰੂਰ ਜ਼ਿਲ੍ਹੇ ਨੂੰ ਇਹਦਾ ਫਾਇਦਾ ਹੋ ਜਾਊਗਾ। ਸਾਡੀ ਪੈਦਾਵਾਰ ਇੱਥੇ ਆਲੂ ਦੀ ਹੋਊਗੀ, ਠੀਕ ਹੈ ਨਾ ਜੀ। ਤੇ ਲੋਕਾਂ ਨੂੰ ਇਹ ਚੀਜ਼ ਦਾ ਕਿੰਨਾ ਡਿਵਰਸੀਫਿਕੇਸ਼ਨ ਵੀ ਹੋ ਜੂਗੀ, ਵਿਭਿੰਨਤਾ ਜਿਹਨੂੰ ਆਪਾਂ ਫਸਲੀ ਵਿਭਿੰਨਤਾ ਕਹਿ ਦਿੰਦੇ ਆ। ਫਿਰ ਇੱਥੇ KRBL ਆ, ਉਹਦੇ ਦੇ 11-21 ਖਰੀਦਦੇ ਨੇ ਉਹ ਸਾਡੇ ਆਲੇ ਦੁਆਲੇ ਦੇ ਕਿਸਾਨਾਂ ਤੋਂ ਖਰੀਦੀ ਜਾ ਸਕਦੀ ਆ। ਨੌਜਵਾਨਾਂ ਲਈ ਖੇਡਾਂ ਦਾ ਬਹੁਤ ਇੱਕ ਯੋਗ ਉਪਰਾਲਾ ਕਰਨਾ ਪੈਣਾ। ਸਾਡੇ ਸੰਗਰੂਰ ਇੱਕ ਜਿਹੜਾ ਟਰੈਕ ਆ ਉਹ ਵੀ ਸਿੰਗਲਾ ਸਾਹਿਬ ਲੈ ਕੇ ਆਏ ਸੀ। PGI ਜਿਹੜਾ ਇੱਥੇ ਲਿਆਂਦਾ ਘਾਵਦਾ, ਉਹਦੇ ਹਾਲਾਤ ਦੇਖਿਓ ਤੁਸੀਂ, ਇਹਨਾਂ ਨੇ ਸੰਭਾਲੇ ਹੀ ਨਹੀਂ ਉਹ ਸਰਕਾਰ ਨੇ। ਉਹਦੇ ਤੇ ਬਹੁਤ ਵੱਡਾ ਕੰਮ ਕਰਨ ਦੀ ਜ਼ਰੂਰਤ ਆ। ਐਜੂਕੇਸ਼ਨ ਤੇ ਬਹੁਤ ਵੱਡੀ ਜਿਹੜੀ ਇਸ ਟਾਈਮ ਦੀ ਹੋਰ ਉਹਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੀਏ ਆਪਾਂ ਜਿੰਨਾ ਵੱਧ ਤੋਂ ਵੱਧ ਕਰ ਸਕੀਏ। ਕਿਉਂਕਿ ਮੈਂ ਮਾੜਾ ਨਹੀਂ ਕਹਿੰਦਾ, ਕਿਉਂਕਿ ਇਹਨਾਂ ਨੇ ਕੀ ਕਰਿਆ, ਸਕੂਲਾਂ ਨੂੰ ਮਾੜਾ ਕਹਿ ਕੇ ਬੱਚੇ ਦੱਸੋ ਕਿੰਨੇ ਮਾਪਿਓ ਦੇ ਬੱਚੇ ਉੱਥੇ ਪੜ੍ਹਦੇ ਨੇ, ਉਹਨਾਂ ਨੂੰ ਤਾਂ ਪਹਿਲਾਂ ਘਰੋਂ ਨਿਕਲਦੀ ਤੁਸੀਂ ਡੀਮੋਰਲਾਈਜ਼ ਕਰ ਦਿੰਦੇ ਹੋ। ਆਖਰੀ ਸਵਾਲ, ਕੀ ਸਮਝਦੇ ਹੋ ਕਿ ਕਿੰਨਾ ਕੁ ਜਿਹੜਾ ਕਾਂਗਰਸ ਨੂੰ ਜਾਂ ਤੁਹਾਨੂੰ ਇਸ ਚੀਜ਼ ਦਾ ਨੁਕਸਾਨ ਹੋਊਗਾ ਜਿਸ ਤਰੀਕੇ ਦੇ ਨਾਲ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੈ, ਨਵਜੋਤ ਸਿੰਘ ਸਿੱਧੂ ਜਿਹੜਾ ਇੱਕ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਨੇ, ਸਾਧੂ ਸਿੰਘ ਧਰਮਸੋਤ ਤੇ ਕਰਪਸ਼ਨ ਦਾ ਐਲੀਗੇਸ਼ਨ ਲੱਗ ਗਿਆ, ਜਾਂ ਫਿਰ ਸੁਨੀਲ ਜਾਖੜ, ਹੋਰ ਜਿਹੜੇ ਤੁਹਾਡੇ ਦਿੱਗਜ ਨੇਤਾ ਨੇ ਉਹ BJP ਦੇ ਵਿੱਚ ਚਲੇ ਗਏ, ਤਾਂ ਜਿਹੜੀ ਜ਼ਿਆਦਾ ਸੀਨੀਅਰ ਲੀਡਰਸ਼ਿਪ ਸੀਗੀ ਉਹ ਕਾਂਗਰਸ ਕੋਲੇ ਹੁਣ ਇਸ ਵਕਤ ਨਹੀਂ ਹੈਗੀ। ਰਾਜਾ ਵੜਿੰਗ ਕਮਾਂਡ ਸੰਭਾਲ ਰਹੇ ਨੇਗੇ, ਪਰ ਕੀ ਲੱਗਦਾ ਹੈ ਕਿ ਇਸ ਚੀਜ਼ ਦਾ ਗਰਾਊਂਡ ਤੇ ਕਿੰਨਾ ਕੁ ਨੁਕਸਾਨ ਹੋਊਗਾ ਜਾਂ ਕਰਪਸ਼ਨ ਦੇ ਜਿਹੜੇ ਐਲੀਗੇਸ਼ਨ ਲੱਗੇ ਨੇ? ਜਿਹੜਾ ਲੀਡਰ ਹੈ ਜੀ ਉਹ ਲੋਕਾਂ ਨਾਲ ਹੁੰਦਾ, ਲੋਕਾਂ ਤੋਂ ਬਿਨਾਂ ਲੀਡਰ ਕੁਝ ਵੀ ਨਹੀਂ। ਇੱਕ ਪੈਸੇ ਦੀ ਔਕਾਤ ਨਹੀਂ ਸਾਡੀ ਲੋਕਾਂ ਦੇ ਬਿਨਾਂ। ਅਸੀਂ ਲੋਕਾਂ ਦਾ ਫਾਇਦਾ ਦੇਖ ਕੇ ਤੇ ਆਪਦਾ ਫਾਇਦਾ ਦੇਖ ਕੇ ਜਿੰਨਾ ਉਹਦੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਦੇਤੇ, ਜਿਹੜੀਆਂ ਪੋਜੀਸ਼ਨਾਂ ਤੇ ਸਾਰੇ ਲੀਡਰਸ ਨੂੰ ਪਹੁੰਚਾਤਾ, ਮੈਨੂੰ ਲੱਗਦਾ BJP 'ਚ ਉਹਨਾਂ ਨੂੰ ਉਹ ਕਦੇ ਵੀ ਨਹੀਂ ਮਿਲ ਸਕਦਾ। ਮੈਨੂੰ ਇਹ ਤੁਹਾਡੇ ਸਾਹਮਣੇ ਵੀ ਇਹ ਗੱਲ ਆਊਗੀ ਤੇ ਮੈਂ ਵੀ ਇਹ ਗੱਲ ਕਹਿ ਰਿਹਾ, ਕਦੇ ਨਹੀਂ ਇਹ ਚੀਜ਼ ਹੋ ਸਕਦੀ। ਬਟ ਉਹਨਾਂ ਨੇ ਆਪਦੇ ਹਿਸਾਬ ਨਾਲ ਦੇਖਿਆ, ਆਪਦਾ ਤਰੀਕਾ। ਪਰ ਇਹਦੇ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਹੋਣਾ ਬਾਈ ਜੀ। ਵਰਕਰ ਤਾਂ ਉੱਥੇ ਹੀ ਬੈਠੇ ਨੇ ਨਾ, ਜਾਂ ਤਾਂ ਵਰਕਰ ਜਾਂਦੇ ਹੋਣ, ਵਰਕਰ ਤਾਂ ਉੱਥੇ ਦੇ ਉੱਥੇ ਹੀ ਬੈਠੇ ਨੇ, ਉਹਨਾਂ ਨਾਲ ਤਾਂ ਧੋਖਾ ਹੋ ਰਿਹਾ।
ਉਹ ਹੁਣ ਸਾਡੇ ਵਰਗੇ ਜਿਹੜੇ ਆਮ ਜਿਹੜੇ ਨਾਰਮਲ ਜੇ ਵਰਕਰ ਇਹਦੇ 'ਚ ਆ ਰਹੇ ਨੇ, ਤਾਂ ਉਹਨਾਂ ਨੂੰ ਪੂਰੀ ਭਰਮੀ ਸਪੋਰਟ ਮਿਲ ਰਹੀ ਆ। ਹਾਂ ਬਿਲਕੁਲ ਕੁਝ ਲੀਡਰ ਜਿਵੇਂ ਸਾਡੇ ਨਵਜੋਤ ਸਿੱਧੂ ਜੀ ਨੇ, ਉਹ ਜੇਲ੍ਹ 'ਚ ਨੇ, ਉਹਨਾਂ ਦਾ ਬਿਲਕੁਲ ਸਾਨੂੰ ਕੋਈ ਫਰਕ ਪਊਗਾ, ਕਿਉਂਕਿ ਉਹ ਇੱਕ ਉਹਨਾਂ ਦੀ ਛਵੀ ਜਿਹੜੀ ਬਣੀ ਹੋਈ ਆ ਬੜੀ ਪੋਜ਼ਿਟਿਵ ਬਣੀ ਹੋਈ ਆ। ਸੋ ਕਮੀ ਤਾਂ ਰਹਿ ਜਾਂਦੀ ਆ ਕਿਤੇ ਨਾ ਕਿਤੇ, ਕਈਆਂ ਦੀ ਕਮੀ ਖੜਕਦੀ ਵੀ ਆ, ਕਈਆਂ ਦੀ ਨਹੀਂ ਖੜਕਦੀ, ਕਈਆਂ ਦਾ ਐਂ ਵੀ ਹੁੰਦਾ ਵੀ ਚਲੋ ਕੁਝ ਨਾ ਕੁਝ ਇਹਨਾਂ ਦਾ ਮਾਹੌਲ ਸੀਗਾ ਜਿਹੜਾ ਇਹਨਾਂ ਨੇ ਉੱਧਰ ਜਾਣਾ ਹੀ ਸੀਗਾ, ਕਿਉਂਕਿ ਪਿਛਲੀ ਵੀ ਜਿਹੜੀ ਇਲੈਕਸ਼ਨ ਅਸੀਂ ਹਾਰੇ ਹਾਂ ਉਹ ਇੱਕ ਦੂਜੇ ਦੇ ਬਿਆਨ ਇੱਕ ਦੂਜੇ ਦੇ ਅਗੇਂਸਟ ਬਿਆਨ ਕਰਕੇ ਜਾਂ ਕੁਝ ਹੋਰ ਕਰਕੇ ਵਿਰੋਧੀ ਧਿਰ ਤਾਂ ਆਪਦੀ ਪਾਰਟੀ 'ਚ ਹੀ ਬਣੀ ਪਈ ਸੀ। ਸੋ ਇਹ ਜਿਹੜਾ ਰੀਜ਼ਨ ਸੀਗਾ, ਜਿਹੜਾ ਜ਼ਿਆਦਾ ਵੱਡਾ ਹਾਰਨ ਦਾ ਰੀਜ਼ਨ ਸੀ। ਬਾਕੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਕਾਂਗਰਸ ਦੇ ਨਾਲ ਵੀ ਹੈਗੀ ਹੈ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਹਨਾਂ ਦਾ ਵੀ ਮੈਂ ਕੋਈ ਖਾਸ ਤੁਹਾਡੇ ਲਈ ਇਹ ਪ੍ਰਚਾਰ ਹੁੰਦਾ ਨਹੀਂ ਦਿਖ ਰਿਹਾ, ਜਾਂ ਹੋਰ ਓਪੀ ਸੋਨੀ ਦੀ ਗੱਲ ਕਰ ਲਈਏ ਤਾਂ ਉਹ ਪ੍ਰਚਾਰ ਵੀ ਨਹੀਂ ਦਿਖ ਰਿਹਾ। ਇਕੱਲੇ ਰਾਜਾ ਵੜਿੰਗ ਹੋਰਾਂ ਨੇ ਜੋਤ ਲਾਇਆ ਹੋਇਆ ਹੈ, ਰੰਧਾਵਾ ਸਾਹਿਬ ਲੱਗੇ ਹੋਏ ਨੇਗੇ, ਜਾਂ ਹੋਰ ਜਿਹੜੇ ਇੱਕ ਦੋ ਚਿਹਰੇ ਨੇ ਜਿਹੜੇ ਲੱਗ ਰਿਹਾ ਕਿ ਇਸ ਇਲੈਕਸ਼ਨ ਨੂੰ ਜਿਤਾਉਣਾ ਚਾਹੁੰਦੇ ਨੇਗੇ। ਨਹੀਂ ਬਿਲਕੁਲ ਆਏ ਤਾਂ ਸਾਰੇ ਹੋਏ ਨੇ ਜੀ, ਕੰਮ ਵੀ ਕਰ ਰਹੇ ਨੇ, ਤੇ ਅੱਜ ਕੱਲ੍ਹ 'ਚ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਿਖਣਗੀਆਂ ਕਿ ਆਏ ਹੋਏ ਨੇ। ਕੁਝ ਥੋੜ੍ਹਾ ਜਿਹਾ ਜਿਵੇਂ ਪਹਿਲਾਂ 2-3 ਰੁਝੇਵੇਂ ਸੀਗੇ ਤੇ ਉਹਦੇ 'ਚ ਉਹ ਬਿਜ਼ੀ ਸੀਗੇ। ਹੁਣ ਡੇ ਬਾਈ ਡੇ ਪ੍ਰਤਾਪ ਬਾਜਵਾ ਜੀ ਆਏ ਹੋਏ ਨੇ ਜੀ, ਇੱਥੇ ਸਾਰੇ ਲੀਡਰ ਸਾਹਿਬਾਨ ਇੱਥੇ ਆਏ ਨੇ। ਖਹਿਰਾ ਸਾਹਿਬ ਕੁਝ ਦਿਨ ਲਈ ਬਾਹਰ ਗਏ ਹੋਏ ਨੇ, 2-3 ਦਿਨ ਤੱਕ ਆਉਣਗੇ। ਰਾਣਾ ਗੁਰਜੀਤ ਜੀ ਬਾਹਰ ਗਏ ਹੋਏ ਸੀ, ਉਹ 2-3 ਦਿਨ ਤੱਕ ਆਉਣਗੇ। ਸਾਰੇ ਲੀਡਰ ਸਾਹਿਬਾਨ ਜਿਹੜੇ ਆ ਰਹੇ ਨੇ, ਤੇ ਗੁਰਕੀਰਤ ਜੀ ਇੱਥੇ ਮਲੇਰਕੋਟਲਾ ਉਹਨਾਂ ਨੇ ਸੰਭਾਲ ਰੱਖਿਆ, ਰੰਧਾਵਾ ਜੀ ਧੂਰੀ ਸੰਭਾਲ ਰੱਖਿਆ, ਜੀਰਾ ਸਾਹਿਬ ਨੇ ਇੱਥੇ ਸੰਭਾਲ ਰੱਖਿਆ, ਪਾੜਾ ਸਾਹਿਬ ਨੇ ਸੰਭਾਲ ਰੱਖਿਆ, ਪ੍ਰਗਟ ਜੀ ਨੇ ਲਹਿਰਾ ਸੰਭਾਲ ਰੱਖਿਆ, ਠੀਕ ਹੈ ਨਾ, ਆਪਣੇ ਮਦਨ ਲਾਲ ਜੀ ਨੇ ਸਨਾਮ ਸੰਭਾਲ ਰੱਖਿਆ, ਭਰਤ ਭੂਸ਼ਣ ਆਸ਼ੂ ਜੀ ਨੇ ਬਰਨਾਲਾ ਸੰਭਾਲ ਰੱਖਿਆ, ਕੀ ਨੇ ਦਿੜਬਾ ਸੰਭਾਲ ਰੱਖਿਆ। ਸੋ ਇਹ ਗੱਲ ਨਹੀਂ ਹੈਗੀ ਵੀ ਲੀਡਰਸ ਨਹੀਂ ਹੈਗੇ ਨੇ, ਬਟ ਉਹ ਹਜੇ ਸਾਰੀਆਂ ਚੀਜ਼ਾਂ ਹੌਲੀ ਹੌਲੀ ਸਾਹਮਣੇ ਆਉਣਗੀਆਂ, ਕਿਉਂਕਿ ਦਿਨ ਬਹੁਤ ਥੋੜੇ ਸੀਗੇ, ਦਿਨ ਬਹੁਤ ਸ਼ਾਰਟ, ਸਾਡੇ ਕੋਲ ਸਮਾਂ ਬਹੁਤ ਘੱਟ ਸੀਗਾ। ਸੋ ਲੱਗੇ ਹੋਏ ਆ, ਇੱਕ ਬਿਲਕੁਲ ਫਸਲ ਦਾ ਟਾਈਮ ਆ ਜੀ ਇਸ ਟਾਈਮ। ਸਾਡੇ ਉਸਤਾਦ ਕਹਿੰਦੇ ਹੁੰਦੇ ਸੀ ਕਿ ਜਾਂ ਤਾਂ ਹਮ जीतते हैं या कुछ सीखते हैं मगर हारते कभी नहीं। ਹਾਰੋਂ ਭਾਵੇਂ ਜਿੱਤੋਂ, ਮੈਂ ਉਮੀਦ ਕਰਦਾ ਕਿ ਇਸੇ ਤਰੀਕੇ ਦੇ ਨਾਲ ਪੋਜ਼ਿਟਿਵ ਰਾਜਨੀਤੀ ਕਰਦੇ ਰਹੋਗੇ। ਧੰਨਵਾਦ, ਬਹੁਤ ਬਹੁਤ ਧੰਨਵਾਦ ਵੀਰ ਜੀ। ਤੇ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਕਿ ਮੇਰੇ ਮੂੰਹ ਚੋਂ ਕਦੇ ਤੁਸੀਂ ਨੈਗੇਟਿਵਨੈਸ ਨਹੀਂ, ਪੁਰਾਣੇ ਟਾਈਮ 'ਚ ਵੀ ਨਹੀਂ ਸੁਣੀ ਹੋਣੀ ਤੇ ਅੱਗੇ ਵੀ ਨਹੀਂ ਸੁਣੀ। ਗੁਰੂ ਮਹਾਰਾਜ ਦੇ ਚੜ੍ਹਦੀ ਕਲਾ 'ਚ ਰਹਿਣ ਵਾਲੇ ਬੰਦੇ ਆ, ਹਮੇਸ਼ਾ ਕੰਮ ਕਰਨਾ, ਮਾੜਾ ਬੋਲ ਕੇ ਕਿਸੇ ਦੀ ਇਮੇਜ ਨੂੰ ਡੈਂਟ ਪਾਉਣਾ। ਉਹਨਾਂ ਦੇ ਵੀ ਬੱਚੇ ਹੁੰਦੇ ਨੇ ਜੀ, ਉਹਨਾਂ ਦੇ ਵੀ ਭੈਣ ਭਰਾ ਹੁੰਦੇ ਨੇ, ਕਿਸੇ ਨੂੰ ਬੁਰਾ ਭਲਾ ਕਹਿਣ ਨਾਲ ਕੋਈ ਵੱਡਾ ਲੀਡਰ ਨਹੀਂ ਬਣਦਾ। ਲਕੀਰ ਵੱਡੀ ਖਿੱਚੋ, ਆਪਣੀ ਬੇਟੀ ਆਪਦੇ ਵਾਲੀ ਲਕੀਰ ਵੱਡੀ ਖਿੱਚੋ। ਦੂਜਿਆਂ ਨੂੰ ਮਾੜਾ ਬੋਲ ਕੇ ਭੰਡ ਕੇ, ਜਿਵੇਂ ਆਮ ਆਦਮੀ ਦਾ ਕੰਮ ਸੀ, ਉਹਨਾਂ ਦੀ ਪੂਰੀ ਕੰਪੇਨ ਯਾਨੀ ਕਿ ਡੀਫੇਮ ਤੇ ਸੀਗੀ ਸਾਰੀ ਹੈ। ਹੁਣ ਕੱਲ ਦੇਖਿਆ ਇਹਨਾਂ ਦੇ ਲੀਡਰ ਸਾਹਿਬਾਨ ਉਹ ਕਾਰ ਚੌਕੀ ਕਰ ਰਹੇ ਨੇ, ਇੱਕ ਲੀਡਰ ਸਾਹਿਬਾਨ ਅਖਾੜਾ ਲਾ ਰਹੇ ਨੇ। ਸਾਡੇ ਵਾਲਿਆਂ ਨੂੰ ਇਹੀ ਚੀਜ਼ਾਂ ਤੇ ਇਹ ਘੇਰਦੇ ਹੁੰਦੇ ਸੀ, ਪਰ ਸਾਨੂੰ ਨਹੀਂ ਮਤਲਬ ਇਹ ਚੀਜ਼ਾਂ ਨਾਲ, ਠੀਕ। ਉਹਨਾਂ ਦੀ ਆਪਦੀ ਜ਼ਿੰਦਗੀ ਹੈ, ਸਾਡੀ ਆਪਦੀ ਜ਼ਿੰਦਗੀ ਹੈ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਸੋ ਇਸੇ ਤਰੀਕੇ ਦੇ ਨਾਲ ਤੁਹਾਡੇ ਹੋਰ ਸਵਾਲ ਹੋਰ ਬਾਕੀ ਆਗੂਆਂ ਨਾਲ ਵੀ ਪੁੱਛਾਂਗੇ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਆਪਣਾ ਵੋਟ ਦਾ ਸਹੀ ਇਸਤੇਮਾਲ ਕਰੋਗੇ, ਸੁਣੋਗੇ ਕਿਸ ਨੂੰ ਵੋਟ ਦੇਣੀ ਚਾਹੀਦੀ ਹੈ। ਕੈਮਰਾਮੈਨ ਅਮਨ ਦੇ ਨਾਲ ਮੈਂ ਸ਼ਸ਼ਮ ਨਾਗਰਾ ਧੂਰੀ।